ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਲੇ ਨਿਵਾਸਾ। ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚੱਲ। ਹਮ ਦੇਖਾ ਤਹਾਂ ਡੂਬਿਅਲੇ। ਮਨ ਏਕ ਨਾ ਚੇਤਸ ਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਪਾਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀ ਵਿਸਰਿਆ। ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀ ਵਿਸਰਿਆ। ਪਰਮ ਸਤਿਕਾਰਯੋਗ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਆਪਣੇ ਰੁਝੇਵਿਆਂ ਦੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰਨ ਹਿਤਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਹੁੰਚੇ ਹੋ ਬੜੇ ਅਦਬ ਪਿਆਰ ਸਤਿਕਾਰ ਨਾਲ ਸਤਿਕਾਰਯੋਗ ਭਾਈ ਸਾਹਿਬਾਨ ਜੀ ਨੇ ਆਪ ਸਾਰੀ ਸੰਗਤ ਨੂੰ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕਰਵਾਇਆ ਹੈ। ਆਓ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਦਸ਼ਮੇਸ਼ ਜੀ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਬਦ ਦਾ ਪਾਠ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਸਾਡੀ ਨਿਤਨੇਮ ਦੀ ਸੋਦਰ ਦੀ ਪਾਵਨ ਬਾਣੀ ਦੇ ਵਿੱਚ ਇਹ ਸ਼ਬਦ ਦਰਜ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇਹ ਸ਼ਬਦ 2 ਵਾਰ ਆਇਆ ਹੈ। ਇਹ ਗੱਲ ਸਾਡੇ ਯਾਦ ਰੱਖਣ ਯੋਗ ਹੈ ਕਿ ਜਿਹੜੇ ਸ਼ਬਦ ਅਸੀਂ ਸੋਦਰ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਰਾਗ ਆਧਾਰਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹ ਫਿਰ ਰਿਪੀਟ ਕੀਤੇ ਗਏ ਹਨ। ਜਿਵੇਂ ਸੋਦਰ ਦਾ ਪਹਿਲਾ ਸ਼ਬਦ ਹੈ ਉਹ 3 ਵਾਰ ਆਇਆ। ਸੋਦਰ ਦੀ ਪਾਵਨ ਬਾਣੀ ਆਰੰਭ ਦੇ ਵਿੱਚ, ਜਪ ਬਾਣੀ ਦੇ ਵਿੱਚ ਤੇ ਫਿਰ ਆਸਾ ਰਾਗ ਦੇ ਵਿੱਚ। ਭਾਵ ਇਹ ਕਿ ਜਿਹੜਾ ਸ਼ਬਦ ਜਿਸ ਰਾਗ ਵਿੱਚ ਉਚਾਰਨ ਕੀਤਾ ਹੋਇਆ ਉਸ ਨੂੰ ਫਿਰ ਜਾ ਕੇ ਉਸੇ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਦੁਬਾਰਾ ਦਰਜ ਕੀਤਾ ਹੈ। ਕੁਝ ਸ਼ਬਦਾਂ ਦੇ ਲਿਖਣ ਢੰਗ ਵਿੱਚ ਵੀ ਸਤਿਗੁਰਾਂ ਨੇ ਕਿਤੇ ਕਿਤੇ ਫਰਕ ਪਾਇਆ। ਸੋ ਇਹ ਸ਼ਬਦ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ 2 ਵਾਰ ਸੁਭਾਈਮਾਨ ਹੈ ਔਰ ਸੋਦਰ ਦੇ ਪਾਠ ਦੇ ਵਿੱਚ ਅਸੀਂ ਸ਼ਾਮ ਦੇ ਵਕਤ ਇਸ ਦਾ ਰੋਜ਼ਾਨਾ ਹੀ ਪਾਠ ਕਰਦੇ ਅਤੇ ਸੁਣਦੇ ਹਾਂ। ਧੰਨ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਆਸਾ ਦੇ ਵਿੱਚ
ਇਸ ਦੇ ਰਹਾਉ ਦੇ ਬੰਦ ਵਿੱਚ ਗੁਰੂ ਪਾਤਸ਼ਾਹ ਨੇ ਫਰਮਾਇਆ ਹੈ, ਹੇ ਮੇਰੇ ਮੂਰਖ ਮਨ, ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਉਸ ਨੂੰ ਯਾਦ ਵਿੱਚ ਰੱਖ, ਉਸ ਦਾ ਧਿਆਨ ਕਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚ ਚੇਤ, ਚੇਤਾ, ਚੇਤੋ ਇਹ ਸ਼ਬਦ ਬਾਰ-ਬਾਰ ਆਏ ਨੇ। ਚੇਤੇ ਦੇ ਅਰਥ ਹੁੰਦਾ ਹੈ ਜਿਹੜੀ ਗੱਲ ਸਾਨੂੰ ਵਿਸਰੇ ਨਾ, ਭਾਵ ਜਿਹੜੀ ਭੁਲਾਉਣ ਯੋਗ ਨਾ ਹੋਵੇ। ਪੁਰਾਣੇ ਸਮਿਆਂ ਦੇ ਅੰਦਰ ਜੇਕਰ ਗੱਲ ਜ਼ਬਾਨੀ ਯਾਦ ਰਹਿ ਜਾਏ ਤਾਂ ਚੰਗੀ ਗੱਲ ਹੁੰਦੀ ਸੀ, ਨਹੀਂ ਤੇ ਕਈ ਵਾਰ ਉਸ ਨੂੰ ਬੰਦਾ ਆਪਣੇ ਮੂੰਹ ਤੋਂ ਬਾਰ-ਬਾਰ ਦੁਹਰਾਇਆ ਕਰਦਾ ਸੀ। ਦੁਹਰਾਉਣ ਦੇ ਪਿੱਛੇ ਵੀ ਇਹ ਵਜ੍ਹਾ ਹੁੰਦੀ ਸੀ ਕਿ ਇਹ ਗੱਲ ਮੈਨੂੰ ਪੱਕ ਜਾਏ, ਦ੍ਰਿੜ ਹੋ ਜਾਏ, ਚੇਤੇ ਵਿੱਚ ਆ ਜਾਏ। ਜਾਂ ਫਿਰ ਤੀਸਰਾ ਕਾਰਜ ਇਹ ਹੁੰਦਾ ਸੀ, ਘਰ ਦੇ ਅੰਦਰ ਮਾਤਾਵਾਂ ਨੇ, ਬੀਬੀਆਂ ਨੇ ਜੋ ਘਰ ਦਾ ਕਾਰਜ ਕਰਨਾ ਹੁੰਦਾ, ਕੋਈ ਜ਼ਰੂਰੀ ਗੱਲ ਉਹਨਾਂ ਨੂੰ ਚੇਤੇ ਆ ਜਾਣੀ ਤੇ ਇਹ ਖਿਆਲ ਮਨ ਵਿੱਚ ਆਉਣਾ ਵੀ ਕਿਧਰੇ ਭੁੱਲੀ ਨਾ ਜਾਏ ਕੰਮ ਕਰਨ ਵਾਲਾ ਹੈ। ਉਹਨਾਂ ਨੇ ਆਪਣੇ ਦੁਪੱਟੇ ਦੇ ਪੱਲੂ ਦੇ ਨਾਲ ਗੰਢ ਮਾਰ ਲੈਣੀ, ਭਾਵ ਉਸ ਦੁਪੱਟੇ ਦੀ ਗੰਢ ਨੂੰ ਵੇਖ ਕੇ ਚੇਤਾ ਆ ਜਾਏ ਕਿ ਕੋਈ ਕੰਮ ਹੈ ਜਿਹੜਾ ਮੈਂ ਜ਼ਰੂਰੀ ਕਰਨਾ ਹੈ। ਇਹ ਸਾਡਾ ਮੁਹਾਵਰਾ ਬਣ ਗਿਆ ਕਿ ਗੱਲ ਪੱਲੇ ਬੰਨ੍ਹ ਲਓ। ਹੁਣ ਗੱਲ ਤੇ ਪੱਲੇ ਨਹੀਂ ਨਾ ਵੱਜ ਸਕਦੀ, ਭਾਵ ਇਹ ਸੀ ਵੀ ਆਪਣੇ ਪੱਲੇ ਇਹ ਗੱਲ ਪਾ ਲਵੋ, ਚੇਤੇ ਵਿੱਚ ਰੱਖੋ, ਇਹਨੂੰ ਵਿਸਾਰ ਨਾ ਦੇਣਾ, ਭੁਲਾ ਨਾ ਦੇਣਾ। ਉਥੋਂ ਇਹ ਮੁਹਾਵਰਾ ਬਣਿਆ ਵੀ ਗੰਢ ਬੰਨ੍ਹ ਲਓ, ਪੱਲੇ ਬੰਨ੍ਹ ਲਓ ਇਹ ਗੱਲ ਵੀ ਇਹ ਕੰਮ ਇਵੇਂ ਕਰਨਾ ਹੀ ਕਰਨਾ ਹੈ। ਇਸ ਦਾ ਜ਼ਿਕਰ ਮਹਾਰਾਜ ਨੇ ਇਸ ਮੁਹਾਵਰੇ ਦਾ ਬੜੇ ਸੁੰਦਰ ਸ਼ਬਦਾਂ ਵਿੱਚ ਕੀਤਾ ਹੈ ਬਾਣੀ ਦੇ ਅੰਦਰ। ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਂਠਰੀ ਬੰਨ੍ਹਾ। ਮੈਂ ਗੰਢ ਬੰਨ੍ਹ ਲਈ ਹੈ ਪੱਲੇ, ਜਿਹੜਾ ਵੀ ਬਚਨ ਗੁਰੂ ਨੇ ਮੇਰੇ ਨਾਲ ਸਾਂਝਾ ਕੀਤਾ ਉਸ ਨੂੰ ਮੈਂ ਭੁਲਾਇਆ ਨਹੀਂ, ਉਸ ਨੂੰ ਮੈਂ ਚੇਤੇ ਵਿੱਚ ਰੱਖਿਆ ਕਿ ਜ਼ਰੂਰੀ ਕਰਨ ਵਾਲਾ ਹੈ। ਗੁਰੂ ਦਾਤਾਰ ਆਪਣੀ ਪਾਵਨ ਬਾਣੀ ਵਿੱਚ ਆਖਦੇ ਨੇ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਣੀ। ਹੇ ਬੰਦਿਆ, ਤੇਰੇ ਕੋਲ ਚਿੰਤਨ ਕਰਨ ਦੀ ਸ਼ਕਤੀ ਹੈ। ਚਿੰਤਨ ਦਾ ਅਰਥ ਹੁੰਦਾ ਹੈ ਕਿਸੇ ਗੱਲ ਨੂੰ ਬਾਰ-ਬਾਰ ਚੇਤੇ ਵਿੱਚ ਲਿਆ ਕੇ, ਧਿਆਨ ਵਿੱਚ ਲਿਆ ਕੇ ਉਹਦੇ ਤੇ ਮਿਹਨਤ ਕਰਦੇ ਰਹਿਣਾ, ਕੋਸ਼ਿਸ਼ ਕਰਦੇ ਰਹਿਣਾ ਵੀ ਇਹ ਕੰਮ ਹੋ ਜਾਏ। ਤੁਸੀਂ ਕਦੇ ਇਸ ਗੱਲ ਵੱਲ ਗੌਰ ਕਰਨਾ, ਇਹ ਤਕਨੀਕਾਂ ਵੱਖਰੀਆਂ ਵੱਖਰੀਆਂ ਬੰਦਿਆਂ ਨੇ ਈਜਾਦ ਕਰ ਲਈਆਂ ਧਿਆਨ ਦੀਆਂ, ਪਰ ਧਿਆਨ ਇਕੱਲਾ ਧਰਮ ਦਾ ਵਿਸ਼ਾ ਨਹੀਂ ਹੈ। ਕੋਈ ਬੰਦਾ ਬੇਧਿਆਨੀ ਵਿੱਚ ਕੋਈ ਗਲਤ ਕੰਮ ਕਰ ਦੇਵੇ, ਅਸੀਂ ਉਸ ਨੂੰ ਪੁੱਛਦੇ ਹਾਂ ਕਿਉਂ ਕੀਤਾ, ਉਹ ਕਹਿੰਦਾ ਸੌਰੀ, ਧਿਆਨ ਨਹੀਂ ਰਿਹਾ, ਅੱਗੇ ਤੋਂ ਮੈਂ ਇਸ ਗੱਲ ਦਾ ਧਿਆਨ ਰੱਖਾਂਗਾ। ਹੁਣ ਤੁਸੀਂ ਧਿਆਨ ਇਸ ਗੱਲ ਵੱਲ ਦਿਓ, ਇਸ ਨੁਕਤੇ ਵੱਲ ਕਿ ਧਿਆਨ ਰੱਖਣ ਵਾਸਤੇ ਕੀ ਉਸ ਨੂੰ ਕਿਸੇ ਖੂੰਜੇ ਵਿੱਚ ਬੈਠ ਕੇ ਸਮਾਧੀ ਲਾਉਣ ਦੀ ਲੋੜ ਪੈਂਦੀ ਹੈ? ਨਹੀਂ, ਉਹ ਬੰਦਾ ਸੁਭਾਵਕ ਹੀ ਕਹਿੰਦਾ ਜੀ ਬੇਧਿਆਨੀ ਹੋ ਗਈ, ਅੱਗੇ ਤੋਂ ਧਿਆਨ ਰੱਖਾਂਗਾ ਇਸ ਗੱਲ ਦਾ ਵੀ ਇਸ ਤਰ੍ਹਾਂ ਨਾ ਹੋਵੇ, ਭਾਵ ਚੇਤੇ 'ਚ ਰੱਖਾਂਗਾ ਇਹ ਗੱਲ ਕਿ ਇਹ ਕੰਮ ਇਵੇਂ ਨਹੀਂ ਇਵੇਂ ਕੀਤਾ ਜਾਣਾ ਹੈ। ਉਹ ਤਰੀਕੇ ਵੱਖਰੇ ਵੱਖਰੇ ਈਜਾਦ ਕਰ ਲਏ ਸੰਸਾਰ ਦੇ ਅੰਦਰ ਲੋਕਾਂ ਨੇ ਵੀ ਇਸ ਧਿਆਨ ਲਾਉਣ ਵਾਸਤੇ ਇਸ ਤਰ੍ਹਾਂ ਕਰੋ, ਧਿਆਨ ਟਿਕਾਉਣ ਵਾਸਤੇ ਇਸ ਤਰ੍ਹਾਂ ਕਰੋ। ਗੁਰੂ ਪਾਤਸ਼ਾਹ ਆਖਦੇ ਨੇ ਇਸ ਖਿਆਲ ਨੂੰ ਆਪਣੀ ਬੁੱਧੀ ਵਿੱਚ ਵਸਾ ਲਓ ਤੇ ਇਸ ਦਾ ਬਾਰ-ਬਾਰ ਚਿੰਤਨ ਕਰਦੇ ਰਹੋ ਕਿ ਇਹ ਕਾਰਜ ਮੇਰੇ ਕਰਨ ਯੋਗ ਹੈ, ਮੈਂ ਕਰਨਾ ਹੈ, ਆਹ ਕੰਮ ਨਹੀਂ ਕਰਨ ਯੋਗ ਹੈ, ਛੱਡ ਦੇਣਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਦੀਆਂ ਕੁਝ ਉਦਾਹਰਨਾਂ ਵੀ ਆਪਾਂ ਨੂੰ ਬਾਣੀ ਦੇ ਵਿੱਚ ਦਿੰਦੇ ਨੇ ਵੀ ਕਿਵੇਂ ਧਿਆਨ ਵਿੱਚ ਰਹੇ ਗੱਲ। ਭਗਤ ਨਾਮਦੇਵ ਸਾਹਿਬ ਜੀ ਦੇ ਪ੍ਰਥਾਏ ਬੜੀ ਪਿਆਰੀ ਸਵਾਦਲੀ ਬਾਤ ਇਤਿਹਾਸ ਵਿੱਚ ਵੀ ਦਰਜ ਹੈ, ਜਿਹਦਾ ਟੂਕ ਮਾਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਹੈ ਸ਼ਲੋਕਾਂ ਦੇ ਰੂਪ ਵਿੱਚ। ਭਗਤ ਜੀ ਭਗਤ ਤਰਲੋਚਨ ਜੀ ਮਿਲਣ ਵਾਸਤੇ ਆਉਂਦੇ ਨੇ ਨਾਮਦੇਵ ਸਾਹਿਬ ਨੂੰ। ਜਦੋਂ ਅਸੀਂ ਭਗਤਾਂ ਦਾ ਇਤਿਹਾਸ ਪੜ੍ਹਦੇ ਹਾਂ, ਇੱਕ ਗੱਲ ਯਾਦ ਰੱਖਣ ਵਾਲੀ ਹੈ, ਭਾਵੇਂ ਬਹੁਤ ਲੰਬਾ ਚੌੜਾ ਇਤਿਹਾਸ ਉਹਨਾਂ ਦਾ ਸਾਨੂੰ ਨਹੀਂ ਮਿਲਦਾ, ਕਿਉਂਕਿ ਭਾਰਤੀ ਕਲਚਰ ਦੇ ਵਿੱਚ ਇਤਿਹਾਸ ਲਿਖਣ ਦਾ ਰਿਵਾਜ ਹੀ ਨਹੀਂ ਸੀ। ਸਾਖੀਆਂ ਲਿਖਣ ਦਾ ਰਿਵਾਜ ਸੀ, ਪ੍ਰੋਪਰ ਇਤਿਹਾਸਕ ਘਟਨਾਵਾਂ ਨੂੰ ਇਕੱਤਰ ਕਰਕੇ ਉਹਨਾਂ ਦੀ ਜਾਣਕਾਰੀ ਇਕੱਠੀ ਕਰ ਲੈਣੀ ਤਾਂ ਕਿ ਆਉਣ ਵਾਲੀਆਂ ਨਸਲਾਂ ਪੜ੍ਹਨ, ਇਹ ਸੁਭਾਅ ਨਹੀਂ ਸੀ। ਤੁਸੀਂ ਸਿੱਖੀ ਦੇ ਵੀ ਮੁੱਢਲੇ ਪੜਾਅ ਨੂੰ ਵੇਖੋਗੇ, ਸਾਡੇ ਕੋਲ ਜਨਮ ਸਾਖੀਆਂ ਹਨ,
ਸਾਡੇ ਕੋਲ ਗੁਰ ਬਿਲਾਸ ਹਨ, पर प्रॉपर इतिहास असां लिखण दी जाच जिहड़ी है वो जां तां मुसलमानां कोलों सिखीए ते जां अंग्रेज़ां कोलों सिखीए। मुसलमान अपना इतिहास लिखते सन ते अंग्रेज़ आए वो अपनी हिस्टरी नूं लिखते सन। इन्हां दो सभ्यतावां कोलों भारत ने इतिहास लिखना सिखिआ, नहीं तो इन्हां दे कोल केवल बिलास हुंदे सन, पुराण कथावां हुंदियां सन, कथा हुंदी सी, इतिहास नहीं सी हुंदा। साखियां हुंदियां सन, प्रॉपर इतिहास नहीं सी हुंदा। इस वास्ते असीं उन्हां अपने नामवर सिख बजुर्गां दा तहे दिलों कदर करदे हां, जिन्हां ने सिख कौम दे शानामती इतिहास नूं संभालिआ ते लिखिआ, तां कि असीं संसार दी इस दौड़ दे विच किधरे पछड़ ही ना जांदे होईए। कई सज्जण ऐसा ख्याल करदे ने इतिहास की बहुती जरूरत नहीं है। एक सज्जण ने मैनूं प्रश्न कीता, कहण लगे धन गुरु ग्रंथ साहब सच्चे पातशाह जी की बाणी जदों साडे कोल जीवन जाच है, फिर इतिहास की की लोड़ है। मेरा उन्हां नूं इतना की जवाब सी, मैं कहा जी तुसी जे कोई पूछे ये गुरु ग्रंथ साहब की है, इहदा जवाब तुहानूं इतिहास विचों ही लभेगा। ये गुरु ग्रंथ साहब कित्थों आए ने, इहदा जवाब भी तुहानूं इतिहास विचों ही देना पएगा। ये जिन्हां दी तुसी बाणी पढ़दे हो कौन ने, ये जवाब भी तुहानूं इतिहास विचों लभना पएगा। फिर वो कदों होए, किहो जिहियां शख्सियतां सन, हर एक फिलोसफी इतिहास विचों ही पैदा हुंदी है। दो गल्लां नूं निखेड़िया नहीं जा सकदा। ਗਿਆਨੀ सोहण सिंह सीतल होना दा एक कथन मैनूं याद आउंदा है। वो कहंदे ने धन गुरु ग्रंथ साहब महाराज की जिहड़ी बाणी है, ये सारी मनुखता वास्ते है। कोई भी इस नूं पढ़ के, इस नूं समझ के, इस नूं जी के इस विचों लाभ प्राप्त कर सकदा है। ते ये उत्तम बाणी जिहड़ी है ना, इस दी जिम्मेवारी सेवा संभाल ते प्रचार दी सतगुरां ने अपने खालसा पंथ नूं बख्शिश कीती, सिखां नूं दित्ती। ते खालसा पंथ ने जेकर इस धरती ते जिउंदे रहना है तां बाणी दे नाल नाल उस नूं अपना इतिहास पढ़ना पएगा। सभ्यता नूं जिउंदियां रखण वास्ते इतिहास की लोड़ पएगी। ते जिहड़ी कौम अपने इतिहास नूं विसार देवेगी वो मलिया मेट हो जाएगी, समय दे हनेरे विच गुम हो जाएगी। तो ये दोवें चीज़ां इकट्ठियां चलदियां ने, पैरालल चलदियां ने, धर्म की फिलोसफी भी ते इतिहास भी। इस वास्ते भगत साहिबानां दा जीवन काल वेख्या जाए, बहुत घट उन्हां दे बाबत सानूं प्रमाणिक इतिहास प्राप्त हुंदा है। पर चलो सत्कार है उन्हां हस्तियां दा जिन्हां ने जिन्ना को भी प्राप्त होया उसनूं संभालण की कोशिश कीती है। बहुते भगत साहिबान इतिहास नूं पढ़ी रहे ते उस विचों समकाली नज़र आउंदे ने, एक दूजे नाल उन्हां दा मेल जोल सी। जिवें भगत रविदास जी दा, भगत कबीर साहब दा, ये भी समकाली होए। भगत रामानंद जी समकाली होए। भगत त्रिलोचन, भगत नामदेव साहब के मिलाप का जिक्र सानूं इतिहास विच प्राप्त हुंदा है। कई इतिहासक सोमिया ने यह भी जिक्र किया भी गुरु नानक पातशाह भगत रविदास जी ते कबीर साहब जी नूं मिले सन कांशी विखे। ये सारे इतिहास दे विचों सानूं सबूत प्राप्त हुंदे ने। कुछ भगत गुरु नानक महाराज तो पहलां हो गुजरे सन, उन्हां दी बाणी उन्हां दे परिवार कोलों जां उन्हां दे सेवकां कोलों प्राप्त कीती। जिहड़े भगत सरीरक रूप विच मौजूद सन उन्हां दी बाणी उन्हां कोलों प्राप्त कीती। सतगुरु धन गुरु नानक महाराज पातशाह तो जां तां पहलां होए ने कुछ भगत ते जां कुछ समकाली होए ने। इस वास्ते सतगुरां दी दया कहनी चाहिदी है। उन्होंने भगत साहिबानां दी महान बाणी नूं इकत्र कर लिया। वैसे एक बड़ा कीमती ख्याल है, इतिहास विचों सानूं चेते च रखना चाहिए। जे असीं इस इतिहास के पक्ष नूं समझ लईए ना, ये रौला ही मुक जाएगा। रौला किस गल दा? ये भरम जिहड़ा अज साडे मनां विच पिया होया कि भगत रविदास जी जां भगत कबीर जी कोई वखरी दिशा च ने ते गुरु नानक साहब किधरे अड खलोते ने। असीं गुरु नानक महाराज नूं गुरु क्यों आखीए, असीं गुरु नानक साहब महाराज नूं ही सब तो सर्वोत्तम क्यों मनीए? प्रश्न ये नहीं है। ये साडे दिमागां दी उपज कहानी है जो पोलीटिकल खेतर दे विचों साडे च प्रवेश कर गई। मैं कई बार विचार संगत नाल सांझी कीती है। आप विचों बहुत सारे बाणी नूं पढ़न वाले, इतिहास नूं पढ़न वाले बैठे होवोगे
कि इन्हां 15 भगतां तो पहलां कोई भगत नहीं सी होया भारत विच? होए होणगे, जरूर होए। गुरु ग्रंथ साहिब जी की बाणी नूं पढ़ो, प्रहलाद दा सतगुरां ने जिथे भी जिक्र कीता सत्कार नाल ही कीता। ध्रुव दा जिथे भी जिक्र कीता सत्कार नाल ही कीता। पर साडे कोल उन्हां दीयां जिहड़ियां कहानियां पहुंचियां वो पुराणां दी लिपा पोती राहीं पहुंचियां। भाव उन्हां दा रूप विगाड़ वगूड़ के जिस तरह साडे तक पहुंचाया, ये बड़ा वड्डा एक इहनूं इतिहासक भुचाल कहा जा सकदा है। जे गुरु नानक पातशाह महाराज इन्हां 15 भगत साहिबानां दी पवित्र बाणी नूं ना संभालदे, हो सकदा सी इन्हां भगत साहिबानां दी असल बाणी भी साडे तक बिल्कुल ना पहुंचदी। अज जितने भी ग्रंथ इन्हां भगतां दे नामपुर गुरबाणी तो बाहर दे मिलदे ने, उन्हां दे विचार गुरबाणी दे विचार नाल कई मेल नहीं खांदे। भाव उन्हां दे नाम उत्ते लिख दिते गए, मगर दे अनुयायियां ने शरधा वस लिख दिते, जां किसी ने आख्या मेरे कोल कबीर साहब जी दे शब्द ने, किसी ने आख्या मेरे कोल नामदेव साहब दी बाणी दी पोथी है, वो कट्ठियां कर कुर के पबलिशरां ने छाप दिते। पर अज भी बाणी दी खोज वाले पासे तुरन वाले मनुखां दा यह ख्याल है कि जिन्नी बाणी गुरु ग्रंथ साहब दे विच भगतां दी दर्ज है वो प्रमाणिक है, बाहर वालियां गल्लां बारे असीं कुछ कह नहीं सकते। उन्होंने निर्णय कर दिता भी बाहर जिन्नी भी उन्हां दे नाम ते लिखत मिलती है उहदे बारे असीं कुछ नहीं कह सकते, पर उन्हां दी जिन्नी बाणी गुरु ग्रंथ साहब च वो प्रमाणिक है। फिर किड्डे वड्डे घल्लूघारियां दे विच भी इस बाणी दी होंद नूं कायम रखण वास्ते, इस ज्ञान के खजाने नूं जिउंदियां रखण वास्ते किन्नियां शहीदियां ते कुर्बानियां सिखां ने दित्तियां ने। जे इन्हां पक्षां नूं विचारिया जाए तां तुहानूं लगेगा भगतां नूं ते गुरु पातशाहां दी शख्सियत नूं अड-अड करके वंडियां पाउण वाले लोक जां तां बेवकूफ ने ते जां सिरे दे चातर ने, क्योंकि इन्ना वड्डा सतगुरु गुरु नानक महाराज ने परोपकार कीता। नहीं तो अज असीं लभदे कि भगत कबीर साहब किहो जाए सन, भगत रविदास जी किहो जाए सन, जिन्हां गल्लां नूं वो प्रवान नहीं करदे, अज उन्हां दे नाम ते वो सारा कुछ ही हो रहा है। की भगत कबीर साहब बुत नूं प्रवान करते हैं, पर उन्हां दे ही बुत बन गए, जिवें गुरु नानक साहब दे भी बना दिते गए। सो ये है कि उन्हां दी विचारधारा नूं खत्म करन वास्ते कन्फ्यूजन क्रिएट कर देंगे। खैर जिहड़ी मैं बेनती कर रहा सां कि सतगुरु गुरु नानक महाराज ने अपार किरपा करदिआं उन्हां दी बाणी नूं संभाल के बहुत वड्डा परोपकार मनुखता दे उत्ते कीता है ते उन्हां भगतां दी होंद नूं भी कायम कर दिता है सदीव काल लई। उन्हां दी बाणी च उन्हां दे दर्शन कर सकते हैं। तो श्लोक है, भगत त्रिलोचन जी भगत नामदेव साहब नूं मिलण वास्ते आउंदे ने। उथानका लिखी है इन्हां श्लोकां दी विद्वानां ने साखी दे रूप विच, तां कि गल सौखी समझ विच आ जाए। नामदेव साहब अगे वस्त्र धो रहे सन, जिहड़ा कि उन्हां दी किरत सी, पेशा सी, किता सी। ते जिस वेले उन्होंने भगत जी के दर्शन किए भी ये तो बड़े रुझे ने, काम भी बड़ा करने वाला है, कीता भी बड़ा है, भाव बड़ी सख्त मेहनत है जिहड़ी भगत नामदेव साहब कर रहे हैं। मन में एक ख्याल उपजिया भी इन्हां कोल समा ही कित्थे बचदा होएगा रब की भगती करन वास्ते, इबादत करन वास्ते, बंदगी करन वास्ते, रब का नाम लैण वास्ते। जिन्ना काम इन्हां दे कोल है, जिन्नी सख्त मेहनत ये कर रहे ने, लगता नहीं कि इन्हां दे कोल समा इन्ना निकल पाउंदा होएगा भी ये रब वाले पासे भी कुछ यतन कर सकन। क्योंकि साडे दिमाग च एक पिक्चर बनी हुंदी है ना, भगती ओहो ही है जिहड़ी किरत छड्ड के कीती जाए। सारे कामकार छड्ड के बंदा एक पासे बैठा है, समाधि अखां बंद करके लाई हुई है, असीं समझदे ये बंदा जरूर रब नाल जुड़िया होएगा। एक तस्वीर बन गई, और ये तस्वीर बनाई भारत दे अंदर सन्यासियां ने, जोगियां ने, जिन्हां ने सब कुछ छड्ड छड़ा के आख्या असीं तां हुण रब वाले पासे लगे हुए हां। उन्हां ने तस्वीर पैदा की साडे दिमाग विच। अज भी तुसीं सोच के वेखो, जदों असीं भगत लफज कहने आ, भगत का मतलब साडे दिमाग च एक तस्वीर जी बन जाती है। अद्धियां क अखां खुल्लियां होणगियां, अद्धियां क बंद होणगियां, किधरे बड़े एकांत विच कोई चौंकड़ा मार के बैठा होएगा। पिक्चर अजे भी उही चल रही है। हालांकि जिन्हां दी बाणी पढ़ रहे हो कोई खड्डी चला रहा है, कोई मरे हुए पशु ढो के उन्हां दी खल ला के उन्हां दे जुत्ते ते होर चीज़ां बना के अपनी
ਕਿਰਤ ਕਰ ਰਿਹਾ, ਕੋਈ ਹਲ ਵਾਹ ਰਿਹਾ, ਭਗਤ ਧੰਨਾ ਜੀ ਵਰਗੇ ਮਹਾਂਪੁਰਖ, ਸਾਰੇ ਦੇ ਸਾਰੇ ਕਿਰਤੀ ਹਨ। ਪਰ ਸਾਡੇ ਦਿਮਾਗ ਵਿੱਚ ਪਿਕਚਰ ਅਜੇ ਵੀ ਕੰਮ ਤੋਂ ਬਗੈਰ ਕਿਰਤ ਨੂੰ ਛੱਡ ਕੇ ਰੱਬ ਨੂੰ ਯਾਦ ਕਰਨ ਵਾਲੀ ਹੀ ਬਣੀ ਹੋਈ ਹੈ। ਤੇ ਸੁਭਾਵਿਕ ਜਿਹਾ ਖਿਆਲ ਹੈ। ਭਗਤ ਲੋਚਨ ਜੀ ਜਿਸ ਵੇਲੇ ਮਿਲਣ ਵਾਸਤੇ ਗਏ ਤੇ ਉਹਨਾਂ ਦੇ ਮਨ ਵਿੱਚ ਵੀ ਕੁਝ ਐਸਾ ਹੀ ਖਿਆਲ ਹੋਵੇ ਕਿ ਭਗਤ ਤੇ ਉਹ ਹੁੰਦਾ ਜਿਹੜਾ ਹਰ ਵੇਲੇ ਰੱਬ ਦੀ ਯਾਦ ਵਿੱਚ ਜੁੜਿਆ ਰਹੇ। ਇਹ ਆਰੰਭ ਦੀ ਗੱਲ ਹੈ, ਜਿਸ ਵੇਲੇ ਸ਼ਾਇਦ ਭਗਤ ਲੋਚਨ ਜੀ ਇਸ ਪਾਸੇ ਅਜੇ ਪੂਰੀ ਤਰ੍ਹਾਂ ਨਾਲ ਨਹੀਂ ਸਨ ਆਏ। ਨਾਮਦੇਵ ਸਾਹਿਬ ਦੀ ਸੰਗਤ ਕਰਨੀ ਸੀ। ਉਹਨਾਂ ਦੇ ਮਨ ਅੰਦਰ ਇੱਕ ਸਵਾਲ ਪੈਦਾ ਹੋਇਆ ਤੇ ਉਹਨਾਂ ਨੇ ਪੁੱਛਿਆ, ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ, ਕਾਹੇ ਛੀਪੋ ਛਾਇਲੇ ਰਾਮ ਨ ਲਾਵੋ ਚੀਤ। ਮਾਇਆ ਦਾ ਅਰਥ ਹੈ ਵੀ ਦੁਨੀਆ ਦੇ ਜੰਜਾਲ ਵਿੱਚ ਫਸੇ ਹੋਏ ਨੇ। ਨਾਮਦੇਵ ਸਾਹਿਬ ਤਾਂ ਦੁਨੀਆ ਦੇ ਜੰਜਾਲ 'ਚ ਹੀ ਇੰਨੇ ਧਸੇ ਪਏ ਨੇ, ਕੰਮ ਇੰਨਾ ਹੈ, ਜ਼ਿੰਮੇਵਾਰੀ ਇੰਨੀ ਹੈ, ਕਿਰਤ ਏਡੀ ਵੱਡੀ ਹੈ, ਇੰਨੀ ਮਿਹਨਤ ਹੈ, ਕਾਹੇ ਛੀਪੋ ਛਾਇਲੇ, ਕਾਹਤੋਂ ਇਹ ਬਸ ਆਪਣੇ ਜਿਹੜੀ ਕਿਰਤ ਹੈ ਗੁਜ਼ਰਾਨ ਵਾਸਤੇ, ਰੁਜ਼ਗਾਰ ਜਿਹੜਾ ਹੈ ਬਸ ਉਹਦੇ ਵਿੱਚ ਹੀ ਉਲਝੇ ਪਏ ਨੇ। ਰਾਮ ਨਾ ਲਾਵੋ ਚੀਤ। ਵਕਤ ਕਿਹੜਾ ਹੈ ਜਦੋਂ ਤੁਸੀਂ ਰੱਬ ਨਾਲ ਚਿੱਤ ਲਾਉਂਦੇ ਹੋ? ਤੁਹਾਡਾ ਚਿੱਤ ਰੱਬ ਨਾਲ ਕਿਵੇਂ ਜੁੜ ਜਾਂਦਾ ਹੈ? ਇੰਨੇ ਜੰਜਾਲ ਦੇ ਵਿੱਚ ਹੁੰਦਿਆਂ ਹੋਇਆਂ ਬੰਦੇ ਦੇ ਅੰਦਰ ਕਿਵੇਂ ਖਿਆਲ ਆ ਸਕਦਾ ਹੈ ਰੱਬ ਵਾਲੇ ਪਾਸੇ ਦਾ? ਵਕਤ ਹੀ ਨਹੀਂ, ਸਮਾਂ ਹੀ ਨਹੀਂ। ਨਾਮਦੇਵ ਸਾਹਿਬ ਉੱਤਰ ਆਖਦੇ ਨੇ, ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਾਮਦੇਵ ਸਾਹਿਬ ਉਹਦਾ ਸ਼ੰਕੇ ਦਾ ਉੱਤਰ ਦਿੰਦਿਆਂ ਕਹਿੰਦੇ ਨੇ ਵੀ ਸਿਮਰਨ ਦੀ ਜੁਗਤ, ਭਗਤੀ ਦੀ ਜੁਗਤ ਇਹ ਹੈ ਵੀ ਮੁਖ ਤੋਂ ਰੱਬ ਰੱਬ ਕਹਿੰਦਿਆਂ ਹੋਇਆਂ ਚਿੱਤ ਨੂੰ ਅਕਾਲ ਪੁਰਖ ਦੇ ਗੁਣਾਂ ਨਾਲ, ਉਹਦੀ ਹੋਂਦ ਨਾਲ ਜੋੜੀ ਰੱਖੋ, ਸੱਚ ਵਾਲੇ ਪਾਸੇ ਰੱਖੋ ਤੇ ਹੱਥ ਪੈਰ ਸਰੀਰ ਦੇ ਰਾਹੀਂ ਆਪਣੀ ਕਿਰਤ ਕਰੀ ਜਾਓ। ਕਿੱਡਾ ਸੁਖੱਲਾ ਮਾਰਗ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਬਾਬਤ ਇਹ ਕਿਹਾ ਜਾ ਸਕਦਾ ਹੈ ਕਿ ਕਿਰਤ ਦੇ ਖੇਤਰ ਵਿੱਚ ਪ੍ਰਗਟ ਹੋਈ ਹੈ। ਧਿਆਨ ਦੇਣਾ ਇਸ ਨੁਕਤੇ ਵੱਲ। ਜਿੰਨੀ ਬਾਣੀ ਹੈ ਨਾ ਕਿਰਤ ਦੇ ਖੇਤਰ ਵਿੱਚ ਆਈ। ਗੁਰੂ ਨਾਨਕ ਮਹਾਰਾਜ ਨੇ ਜਿਹੜੀਆਂ ਉਦਾਹਰਨਾਂ ਵਰਤੀਆਂ ਨੇ ਕਿਰਤ ਦੀਆਂ ਵਰਤੀਆਂ ਨੇ। ਮਨ ਹਾਲੀ, ਕਿਰਸਾਣੀ ਕਰਨੀ, ਸ਼ਰਮ ਪਾਣੀ, ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ, ਰਖ ਗਰੀਬੀ ਵੇਸ। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਹੱਟ ਦੀ ਉਦਾਹਰਨ ਦਿੰਦੇ ਨੇ, ਹਾਣ ਹੱਟ ਕਰ ਆਰਜ਼ਾ, ਸੱਚ ਨਾਮ ਕਰ ਵਤ, ਸੁਰਤ ਸੋਚ ਕਰ ਭਾਂਡ ਸਾਲ। ਭਾਂਡ ਸਾਲ ਕਹਿੰਦੇ ਨੇ ਭਾਂਡਿਆਂ ਨੂੰ, ਜਿਵੇਂ ਦੁਕਾਨ ਦੇ ਵਿੱਚ ਪਏ ਹੁੰਦੇ ਸਨ ਵੱਖ-ਵੱਖ, ਉਹਦੇ 'ਚ ਸੌਦਾ ਪਾ ਕੇ ਰੱਖਿਆ, ਜਿਹੜੀ ਚੀਜ਼ ਕੋਈ ਲੈਣ ਵਾਸਤੇ ਆਇਆ ਉਸ ਭਾਂਡੇ 'ਚੋਂ ਕੱਢ ਕੇ ਤੋਲ ਕੇ ਉਹਨੂੰ ਦੇ ਦੇਣੀ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ। ਕਿਤੇ ਵਪਾਰ ਦੀ ਗੱਲ ਕਰਦੇ ਨੇ, ਸੁਣ ਸ਼ਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੈ ਕੱਲ, ਨਿਰੰਕਾਰ ਕੈ ਦੇਸ਼ ਜਾਹੇ, ਤਾਂ ਸੁਖ ਲਹੈ ਮਹਲ। ਹੁਣ ਤੁਸੀਂ ਭਗਤ ਨਾਮਦੇਵ ਸਾਹਿਬ ਜੀ ਦੇ ਸ਼ਬਦ ਪੜ੍ਹੋ, ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਆਪਣੀ ਕਿਰਤ ਦਾ। ਮਨ ਮੇਰੋ ਗਜ, ਜੇਬਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ, ਕਹ ਕਰੋਂ ਜਾਤੀ ਕਹ ਕਰੋਂ ਪਾਤੀ, ਰਾਮ ਕੋ ਨਾਮ ਜਪੋਂ ਦਿਨ ਰਾਤ। ਰਾਂਗਨ ਰਾਂਗੋਂ ਸੀਵਨ ਸੀਵੋਂ, ਰਾਮ ਨਾਮ ਬਿਨ ਘਰੀ ਨਾ ਜੀਵੋਂ। ਤੇ ਤੁਸੀਂ ਭਗਤ ਰਵਿਦਾਸ ਜੀ ਦੇ ਸ਼ਬਦ ਪੜ੍ਹ ਲਓ, ਚਮਰਟਾ ਗਾਂਠ ਨਾ ਜਨਈ, ਲੋਗ ਠਾਵੇਂ ਪਨਹੀ, ਆਰ ਨਹੀਂ ਜੇ ਤੋਪੋਂ, ਨਹੀਂ ਰਾਮੀ ਠਾਉ ਰੋਪੋਂ, ਲੋਗ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗਾਂਠੇ ਜਾਏ ਪਹੁੰਚਾ। ਯਾਨੀ ਕਿ ਜਿੰਨੇ ਵੀ ਮਹਾਂਪੁਰਖਾਂ ਨੇ, ਭਗਤ ਧੰਨਾ ਜੀ ਦਾ ਸ਼ਬਦ ਪੜ੍ਹੋ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਕਤਾਜਨ ਤੁਰੀ ਚੰਗੇਰੀ। ਤੁਰੀ ਕਹਿੰਦੇ ਨੇ ਘੋੜੀ ਨੂੰ ਸਫ਼ਰ ਕਰਨ ਵਾਸਤੇ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚ ਜਿੰਨੇ ਵੀ ਮਹਾਨ ਪੁਰਖ ਨੇ, ਕਿਰਤ ਕਰਦਿਆਂ ਹੋਇਆਂ ਨਿਰੰਕਾਰ ਨਾਲ ਜੁੜਨ ਵਾਲੇ, ਤੇ ਉਦਾਹਰਨਾਂ ਵੀ ਕਿਰਤ ਦੀਆਂ ਹੀ ਦਿੱਤੀਆਂ। ਵੈਸੇ ਮੇਰੇ ਇਸ ਖਿਆਲ ਨਾਲ ਤੁਹਾਡਾ ਮਤਭੇਦ ਹੋ ਸਕਦਾ ਹੈ। ਖੌਰੇ ਵਟਾਂ ਦੇ ਬੰਨਿਆਂ ਦੇ ਉੱਤੇ ਤੁਰਦਿਆਂ ਉਚਾਰੇ ਗਏ ਸ਼ਬਦਾਂ ਦਾ ਭੋਰਿਆਂ 'ਚ ਬਹਿ ਕੇ ਲੋਕ ਆਨੰਦ ਕਿਵੇਂ ਲੈ ਲੈਂਦੇ ਨੇ। ਬੜੀ ਅਜੀਬ ਗੱਲ ਹੈ।
ਤੁਖਾਰੀ ਰਾਗ ਦੇ ਵਿੱਚ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ 12 ਮਾਹ ਹੈ। ਉਸ 12 ਮਾਹ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਵਿੱਚੋਂ ਬਹੁਤ ਸਾਰੇ ਨੇ ਜਿਨ੍ਹਾਂ ਨੇ ਬਾਰ ਦੇ ਇਲਾਕੇ ਵੇਖੇ ਨੇ, ਜਿਨ੍ਹਾਂ ਨੇ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਮਾਲ ਡੰਗਰ ਚਾਰਦਿਆਂ ਉੱਥੋਂ ਦਾ ਕੁਦਰਤੀ ਮਾਹੌਲ ਵੇਖਿਆ ਤੇ ਕਿਵੇਂ ਮੌਸਮ ਬਦਲਦਿਆਂ ਘਾਹ ਸੜਦਾ ਤੇ ਉੱਗਦਾ, ਕੱਖ ਕਾਨੇ ਹਰੇ ਹੁੰਦੇ ਨੇ, ਕਿਵੇਂ ਕੋਰਾ ਪੈਂਦਾ, ਕਿਵੇਂ ਸਾਉਣ ਦਾ ਮਹੀਨਾ ਆਉਂਦਾ, ਕਿਵੇਂ ਭਾਦਰੋਂ ਦੇ ਮਰੋੜੇ ਲੱਗਦੇ ਨੇ। ਇਹ ਸਭ ਰੁੱਤਾਂ ਜਿਹੜੀਆਂ ਨੇ ਪੰਜਾਬ ਦੇ ਉੱਤੇ ਵਾਪਰਦੀਆਂ ਨੇ ਤੇ ਖੇਤੀ ਕਰਨ ਵਾਲਾ ਪੰਜਾਬ ਦਾ ਬਾਸ਼ਿੰਦਾ ਜਿਹੜਾ ਉਹ ਇਹਨਾਂ ਬਾਰੇ ਬੜੀ ਡੂੰਘਾਈ ਨਾਲ ਜਾਣਦਾ। ਹੁਣ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾਨਕਾਣੇ ਦੀ ਬਾਰ ਦੇ ਵਿੱਚ, ਰਾਵੀ ਦਰਿਆ ਦਾ ਕੰਢਾ ਹੈ। ਇੱਥੇ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਖੇਤੀ ਵੀ ਕੀਤੀ, ਪਸ਼ੂ ਵੀ ਚਾਰੇ, ਔਰ ਆਪਣੇ ਜੀਵਨ ਦੇ ਅੰਦਰ ਇਹ ਸਾਰੀ ਕਿਰਤ ਕਰਦਿਆਂ ਗੁਰੂ ਨਾਨਕ ਮਹਾਰਾਜ ਨੇ ਹਲ ਵੀ ਵਾਹਿਆ ਕਰਤਾਰਪੁਰ ਵਿਖੇ। ਉਹਨਾਂ ਨੇ ਜਿਹੜਾ ਤੁਖਾਰੀ ਰਾਗ ਦੇ ਵਿੱਚ ਕੁਦਰਤ ਦਾ ਜ਼ਿਕਰ ਕੀਤਾ ਹੈ, ਬਾ ਕਮਾਲ ਹੈ। ਰਥ ਫਿਰੈ ਕਾਇਆ ਧਨ ਥਾਕੈ, ਤੀਂਡ ਲਵੈ ਮੰਝ ਬਾਰੇ। ਉਹ ਕਹਿੰਦੇ ਨੇ ਟਿੱਡੇ ਬੋਲਦੇ ਹਨ ਬਾਰ ਦੇ ਇਲਾਕੇ ਦੇ ਵਿੱਚ, ਕੱਖਾਂ ਦਾ ਕਾਹ ਕਿਵੇਂ ਸੁੱਕ ਜਾਂਦਾ ਹੈ ਜਿਸ ਵੇਲੇ ਪੋਹ ਦੀ ਕਕਰੀਲੀ ਰਾਤ ਹੁੰਦੀ ਹੈ ਤੇ ਕੋਰਾ ਪੈਂਦਾ, ਕਿਵੇਂ ਨਿੱਕੀਆਂ ਨਿੱਕੀਆਂ ਵੇਲਾਂ ਸਾਉਣ ਦੇ ਮਹੀਨੇ ਦੇ ਵਿੱਚ ਹਰੀਆਂ ਹੋ ਜਾਂਦੀਆਂ ਨੇ, ਕਿਵੇਂ ਦਰਿਆਵਾਂ ਦੇ ਪਾਣੀ ਉਛਾਲਾ ਮਾਰਦੇ ਨੇ। ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਦਰਜ ਹੈ। ਭਾਵ ਕਿ ਗੁਰੂ ਨੇ ਜਿਹੜੀ ਇਹ ਗੱਲ ਆਖੀ ਨਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਕੁਦਰਤ ਦੇ ਇੰਨਾ ਨੇੜੇ ਹੋ ਕੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਰੱਬ ਤੇ ਕੁਦਰਤ ਵਿੱਚ ਵਸਦਾ। ਲੋਕ ਪਤਾ ਨਹੀਂ ਇਸ ਨੂੰ ਆਪਣੀਆਂ ਬਣਾਉਟੀ ਚੀਜ਼ਾਂ ਚੋਂ ਕਿਉਂ ਲੱਭਦੇ ਨੇ, ਲੋਕ ਇਸ ਨੂੰ ਇੱਕ ਖਾਸ ਦਿਸ਼ਾ 'ਚ ਕਿਉਂ ਮੰਨਦੇ ਨੇ, ਲੋਕ ਇਸ ਨੂੰ ਇੱਕ ਚਾਰ ਦੀਵਾਰੀ 'ਚ ਪਾਉਣ ਕਿਉਂ ਜਾਂਦੇ ਨੇ। ਰੱਬ ਤਾਂ ਕੁਦਰਤ ਦੇ ਜ਼ਰਰੇ ਜ਼ਰਰੇ ਵਿੱਚ ਵਸਿਆ ਹੋਇਆ, ਤੁਸੀਂ ਕੁਦਰਤ ਦੇ ਨੇੜੇ ਹੋ ਕੇ ਤਾਂ ਵੇਖੋ। ਮੈਨੂੰ ਇੱਕ ਸੱਜਣ ਆਖਦੇ ਸਨ, ਇੱਕ ਇਤਿਹਾਸਕ ਅਸਥਾਨ ਪੰਜਾਬ ਦੇ ਵਿੱਚ, ਉੱਥੇ ਅੰਬਾਂ ਦੇ ਬਹੁਤ ਵੱਡੇ ਪੁਰਾਣੇ ਦਰਖਤ ਸਨ, ਤਕਰੀਬਨ 100-150 ਸਾਲ ਤੱਕ ਦੇ ਪੁਰਾਣੇ ਦੱਸੇ ਗਏ ਸਨ, ਔਰ ਬੜਾ ਸੋਹਣਾ ਬਾਗ ਲੱਗਾ ਹੋਇਆ ਸੀ। ਆਪਾਂ ਸਾਰੇ ਜਾਣਦੇ ਹਾਂ ਜਿੰਨੇ ਵੀ ਇਤਿਹਾਸਕ ਅਸਥਾਨ ਪੁਰਾਣੇ ਹੁੰਦੇ ਸਨ ਉੱਥੇ ਅੰਬਾਂ ਦੇ ਬਾਗ ਹੋਇਆ ਕਰਦੇ ਸਨ, ਬਗੀਚੇ ਹੁੰਦੇ ਸਨ, ਬੜਾ ਕੁਦਰਤੀ ਜਿਹਾ ਮਾਹੌਲ ਹੁੰਦਾ। ਉੱਥੇ ਮੋਰ ਬੋਲਿਆ ਕਰਦੇ, ਪੰਛੀ ਬੋਲਿਆ ਕਰਦੇ। ਗਰਮੀ ਦੇ ਦਿਨਾਂ ਦੇ ਵਿੱਚ ਲੋਕ ਦੂਰੋਂ ਦੂਰੋਂ ਆ ਕੇ ਉਸ ਜਗ੍ਹਾ ਦੇ ਉੱਤੇ ਬੈਠ ਕੇ ਕੁਦਰਤ ਦਾ ਆਨੰਦ ਲੈਂਦੇ, ਨਾਲੇ ਕੀਰਤਨ ਸੁਣਦੇ। ਹੁਣ ਉਹ ਮਾਹੌਲ ਨਹੀਂ ਰਿਹਾ। ਖਿਮਾ ਕਰਨਾ, ਜਿੰਨਾ ਅਸੀਂ ਧਰਮ ਦੇ ਨਾਂ ਦੇ ਉੱਤੇ ਕੁਦਰਤ ਨਾਲ ਧਰੋਹ ਕਮਾਇਆ, ਸ਼ਾਇਦ ਹੀ ਕਿਸੇ ਨੇ ਕਮਾਇਆ ਹੋਵੇ। ਕੋਈ ਚੀਜ਼ ਵੀ ਅਸੀਂ ਪਲੀਤ ਕਰਨ ਤੋਂ ਬਿਨਾਂ ਰਹਿਣ ਨਹੀਂ ਦਿੱਤੀ। ਸਾਨੂੰ ਆਧੁਨਿਕ ਸਮੇਂ ਦੀਆਂ ਚੀਜ਼ਾਂ ਨੂੰ ਵਰਤਣ ਦੀ ਵੀ ਜਾਚ ਹੀ ਨਹੀਂ ਆਈ। ਕੁਦਰਤ ਦਾ ਵਿਨਾਸ਼ ਕਰਕੇ ਅਸੀਂ ਅਮੀਰ ਹੋਣਾ ਚਾਹੁੰਦੇ ਹਾਂ, ਇਹ ਸਾਡੀ ਬਹੁਤ ਵੱਡੀ ਕਮੀ ਹੈ। ਭਗਤ ਪੂਰਨ ਸਿੰਘ ਵਰਗੇ ਗੁਰਸਿੱਖ ਆਪਣੀਆਂ ਲਿਖਤਾਂ ਦੇ ਵਿੱਚ ਕੂਕ ਕੂਕ ਕੇ, ਮੈਂ ਸਮਝਦਾ ਪੰਜਾਬ ਦੇ ਵਿੱਚ ਉਹ ਇੱਕ ਐਸਾ ਵਰਕਰ ਸੀ ਜਿਸ ਨੇ ਸਭ ਤੋਂ ਵੱਧ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਰੌਲਾ ਪਾਇਆ ਤੇ ਹੋਕਾ ਦਿੱਤਾ। ਪਰ ਜਿੱਥੇ ਗੱਲ ਮਾਇਆਧਾਰੀਆਂ ਦੇ ਹੱਥ ਵਿੱਚ ਹੋਵੇ ਉੱਥੇ ਗਰੀਬ ਜਿਹੇ ਸਿੱਖ ਦੀ ਗੱਲ ਵੀ ਕੌਣ ਸੁਣੇ, ਇਹ ਵੀ ਬੜੀ ਮੁਸ਼ਕਲ ਹੈ। ਉਹ ਸੱਜਣ ਮੈਨੂੰ ਕਹਿਣ ਲੱਗੇ, ਜੀ ਦੇਖੋ ਇਸ ਜਗ੍ਹਾ ਦੇ ਉੱਤੇ ਬਹੁਤ ਵਧੀਆ ਹੁਣ ਕਮਰੇ ਬਣ ਗਏ, ਰਿਹਾਇਸ਼ੀ ਮਕਾਨ ਬਣ ਗਏ, ਸਰਾਵਾਂ ਬਣ ਗਈਆਂ, ਵਰਾਂਡੇ ਬਣ ਗਏ, ਬੜਾ ਮਹਿੰਗਾ ਪੱਥਰ ਲੱਗੇਗਾ, ਤੇ ਅੰਬਾਂ ਦੇ ਦਰਖਤ ਜਿਹੜੇ ਨੇ ਉਹ ਪੁੱਟ ਦਿੱਤੇ ਗਏ, ਉਹ ਗੰਦ ਬੜਾ ਪੈਂਦਾ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਚੰਗਾ ਕੀਤਾ, ਸੰਗਮਰਮਰ ਦੇ ਉੱਤੇ ਬਹਿਣ ਦਾ ਮੌਕਾ ਮਿਲ ਜਾਏਗਾ, ਰਾਜਸਥਾਨ ਦੀ ਸਰਕਾਰ ਅਮੀਰ ਹੋ ਜਾਏਗੀ, ਟੈਕਸ ਕੱਟਦਿਆਂ ਕਟਾਉਂਦਿਆਂ ਸਿੱਖਾਂ ਦਾ ਪੈਸਾ ਅੱਧਿਓਂ ਡੂਢ ਹੋ ਕੇ ਪੰਜਾਬ ਪਹੁੰਚੇਗਾ। ਕੁੱਲ ਮਿਲਾ ਕੇ ਅਸੀਂ ਆਪਣੀ ਕੁਦਰਤ ਦਾ ਵਿਨਾਸ਼ ਕਰਕੇ, ਮੈਂ ਕਿਹਾ ਹੁਣ ਇੱਕ ਕੰਮ ਹੋਰ ਕਰਨ ਵਾਲਾ ਹੈ, ਜਦੋਂ ਪੱਥਰ ਲੱਗੇ ਨਾ ਉਦੋਂ ਲੱਕੜ ਦੇ ਜਾਂ ਸੰਗਮਰਮਰ ਦੇ ਮੋਰ ਬਣਾ ਕੇ ਵੀ ਉਹਨਾਂ ਕੰਧਾਂ ਦੇ ਉੱਤੇ ਜ਼ਰੂਰ ਰੱਖ ਦਿਓ। ਕਹਿਣ ਲੱਗਾ ਜੀ ਉਹ ਕਿਉਂ? ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ, ਕੋਕਿਲ ਅੰਬ ਸੁਹਾਵੀ ਬੋਲੇ ਪ੍ਰੇਮ ਕਰੇ ਮਨ ਭਾਣੀਆਂ। ਵੀ ਕੋਇਲ ਜਿਹੜੀ ਹੈ ਨਾ ਉਹ ਅੰਬਾਂ ਦੇ ਉੱਤੇ ਦਰਖਤਾਂ ਦੇ ਉੱਤੇ ਬੈਠੀ ਹੋਈ ਜਿਸ ਵੇਲੇ ਕੂਕਦੀ ਹੈ ਮਨ ਨੂੰ ਬੜੀ ਚੰਗੀ ਲੱਗਦੀ ਹੈ। ਮੈਂ ਕਿਹਾ ਹੁਣ ਅੰਬ ਤਾਂ ਰਹੇ ਨਹੀਂ ਤੇ ਕੋਇਲ ਵੀ ਇੱਥੇ ਨਹੀਂ ਆਏਗੀ,
इस करके कोयल भी पत्थर की बना के रखनी पएगी आने वाली पीढ़ियां नूं दस्सण वास्ते भी जिहड़ी कोयल का गुरु ग्रंथ साहब च जिक्र वो इहो जी हुंदी सी। मोर भी बना के रखने पैणगे। मोरी रोण झुण लाया भैणे सावण आया, तेरे मुंद कटारे जेवड़ा तिन लोभी लोभ लुभाया। दुनिया खोज रही है भी साडी पुरानी जिहड़ी गवाची सभ्यता है वो किवें दी हुंदी सी। असीं किताबां च पढ़दे रहे हां महिंजो दारो दी सभ्यता, हड़प्पा दी सभ्यता, किवें खंडरात जमीन चों खोज खोज के निक्कियां निक्कियां प्यालियां मिट्टी दियां कढ कढ के उन्हां ते विद्वानां ने सिर खपाई कर करके लोकां नूं दस्सिया भी इन्ने हज़ार जां 100 साल पहलां जिहड़ी सभ्यता सी वो एवें दी सी ते अज जिहड़ी साडे कोल है ਉਹਨੂੰ ਅਸੀਂ तबाह करते हाँ, खत्म करते हाँ। कहण तो मेरा भाव है भी धन गुरु ग्रंथ साहब महाराज की पवित्र बाणी कुदरत नूं सब तो वध मानता देंदी है ते कुदरत विचों ही कादर नूं वेखण दी प्रेरणा करदी है। जिसने कुदरत वाल पिठ कीती है गुरु ग्रंथ साहब कहते ने उहदे लई कादर नहीं है। वो जिन्ने मर्जी मंदिरां जाए, शिवालियां च जाए, गिरजियां च जाए, गुरुद्वारियां च जाए, जे उसने कुदरत विचों रब नूं वेखण दी जाच नहीं सिक्खी बाणी दे राहीं तो भुल जाए, उहदी इबादत का कोई अर्थ नहीं है। ये बड़ा वड्डा अहम नुकता सी जिथे सतगुरु महाराज ने कुदरती स्रोतां नूं भी सेफ करना सी ते कुदरत नाल जुड़ के कुदरती जीवन जीवन की जाच भी मनुख नूं दसनी सी। बड़ियां दो अहम गल्लां सतगुरां ने इन्हां वचनां दे राहीं साडे नाल साझीआं कीतीआं ने। तो जिन्नी बाणी है गुरु ग्रंथ साहब की किरत के खेत्र विच उतरी है। किरत करदिआं महापुरखां की सुरत विच जो अनुभव होया वो शब्दां दे राहीं प्रगट हुंदा गया। हल वाहुंदिआं होइआं, खेती करदिआं होइआं, पशु चारदिआं होइआं, जुत्तियां गंढदिआं होइआं। दूसरी बात, बाणी जुत्तियां गंढदिआं होइआं भी भगत साहिबान की रसना तो प्रगट हुई है। हल दा मुठा फड़ के कोई महापुरख जिस वेले बलदां नूं हिक रिहा सी उदों भी उहदी सुरत विच बाणी का प्रकाश होया ते रसना तो बाणी उचरै साध जां नम्यों चलै झरने। जानी कि खेतां दे बन्निआं ते टुट्टी झोंपड़ी दे विच जुत्तियां गंढदिआं ते चमड़ा सवारदिआं, नदी दे घाट दे उत्ते कपड़े धोंदिआं ते सींदिआं, इस खेत्र विच बाणी बेमुहारी महापुरखां दी जबान तो प्रगट हो गई। हुण तुसीं अंदाजा लाओ, अज सिख पुछदा जी मैं कार चलाउंदिआं बाणी पढ़ सकदा, मैं सोफे उत्ते बैठ के बाणी पढ़ सकदा कि मैनूं चौंकड़ी मारनी पएगी। असीं पिछोकड़ भुल गए। जिहड़ी बाणी हल वाहुंदिआं होइआं प्रगट होई है वो सोफे ते बह के पढ़ी क्यों नहीं जा सकदी? तकलीफ की है उहदे विच? असीं किधरे फॉर्मैलिटियां दे विच ही ते नहीं उलझ गए? इन्नियां ज्यादा फॉर्मैलिटियां पैदा कर लईआं ने कि सानू बहाना मिल जाए बाणी ना पढ़न दा, बाणी चों कुछ ना सीखण दा बहाना असीं कढ सकीए। जी मैं तो सुच्चा नहीं हाँ, मैं तो अज केसी इशनान भी नहीं सी कीता, मैं तो काम कर रहा सी, मैं तो ड्राइव कर रहा सी, मैं तो थल्ले नहीं सी बैठ सकदा जी, इस करके मैं बाणी किवें पढ़दा। की असीं इस गल नूं जानण दी कोशिश कीती है भी बाणी नूं धन गुरु ग्रंथ साहब महाराज ने साडी खुराक आखे। खुराक तुसीं साह लैंदे हो किसी फॉर्मैलिटी नाल, भुख लगी तो प्रशादा छकदे हो किसी फॉर्मैलिटी की लोड़ पैंदी है। बंदा हथ करदा है, कहंदा प्लेट रहण दिओ, हथ ते 2 रोटियां दे दिओ, मैं छेती छेती खा लवां। स्वाद हुंदा है भुख विच, प्रशादे विच नहीं, लोड़ विच हुंदा है। ਇਹਦਾ ਭਾਵ ਇਹ बिल्कुल नहीं कि मैं ये कह रहा धन गुरु ग्रंथ साहब महाराज की बाणी का अदब नहीं होना चाहिए। बतौर गुरु ग्रंथ साहब महाराज के स्वरूप का अदब होना चाहिए, पर बाणी किते भी पढ़ी जा सकती है। तुसीं जुबानी कंठ है, अज तो साधन इन्ने आ गए, बंदा अपने कन्नां दे विच बड़े आराम नाल बाणी की स्रोत पा सकदा है, सुन सकदा है, पढ़ सकदा है, सारा कुछ साडे हत्थां दे विच है। फिर भी असीं बहाने करदे हां ते भुल जाने कि बाणी प्रगट किन्हां थावां दे उत्ते होई है, किस तरह महान पुरखां ने बाणी नूं उचारण कीता है। मैनूं याद एक जगह दे उत्ते साडे सज्जण गुरु ग्रंथ साहब महाराज की ताबिया बैठ गए किसी आनंद कारज के उत्ते। भाई साहब जी आए तो उन्होंने उठा दिता, कहने लगे जी उठो इथों। गल की सी, उन्हां पैंट कमीज पाया होया सी ते चमड़े की बेल्ट लाई सी।
उठा दिते गए। सारी संगत बैठी वेख रही सी। असी बाद विच उन्हां नूं बेनती कीती है कि असी क्या भाई साहब मुश्किल की है, तुसी कल्ले तुसी अरदास कर रहे सी, उन्हां चौर की सेवा संभाल लई कि चलो मैं हुक्मनामा लै देना, भाई साहब नूं थोड़ी जी हैल्प हो जाएगी। पर भाई साहब सन के हौमे दे घोड़े उत्ते सवार कहण लगे, हाँ जा इन्हां ने बेल्ट लाईए, बैठ किवें गया है महाराज दी ताबिया। असी बथेरा सिर खपाई की भी भाई साहब जिहड़ा तबला वजदा है वो चमड़े का ही है, आ जिहड़ा नगारा पिया गुरुद्वारे चमड़े का ही है, तुसी भी चमड़े दे ही हो, तुसी भी चमड़े दे ही हो। पर मन्ने कौन जी? कहण लगे तुसी मैनूं मर्यादा ना समझाओ। खैर फिर समझाउण दा मतलब ही की सी, पर असी उन्हां नूं इन्नी बेनती जरूर की, साडे कोल किस वेले समा कढ के आयो, असी तुहानूं ऐसे गुरु ग्रंथ साहब महाराज दे सरूप दे दर्शन करवा सकदे हां जिहदी जिल्द चमड़े दी है। पुराने समयां दे अंदर गत्ते दीयां जिल्दां नहीं सन बनदियां, चमड़े दीयां जिल्दां बनदियां सन। खूह दे विचों जिहड़ियां बोकियां नाल पानी कढिया जांदा सी चमड़े दीयां हुंदियां सन। जिहड़ी मशक भाई कन्हैया जी पानी पियाउण वास्ते वरतों च लियाउंदे सन चमड़े दी सी। कहण तो भाव यह है कि असी इस हद तक अज्ञानता की वजह करके कह लो, बेसमझी की वजह करके कह लो, किन्ने ही लोग असी गुरु ग्रंथ साहब महाराज नालों इन्हां फॉर्मैलिटियां करके तोड़ सुटे हैं। तोड़ सुटे कि तू नेड़े नहीं आ सकता, तू सुच्चा नहीं है, तू पवित्र नहीं है। ये साडे कथन किन्ने क गुरमत दी कसवट्टी ते खरे उतरदे ने, इतिहास दे स्रोतां ते खरे उतरदे ने। सानू अपनी हौमे नाल ज्यादा मोह है गुरमत नालों, समझ लेना इस गल। सो मेरा कहण दा भाव है कि जिन्ने भी महान पुरखां ने बाणी उचारण की है सब किरती सन। किरत दे खेतर विच बाणी आके प्रगट होई और मनुख नूं किरत नाल जुड़न दा सद्दा दिंदिआं आख्या किरत कर नाम जप ते वंड के छक। ये सद्दा दिता हजूर ने। ये पहले 3 प्रमुख सिक्खी दे सिद्धांत ने। तो चेते करन वास्ते किसी फॉर्मैलिटी की जरूरत नहीं, ध्यान केंद्रित करन दी लोड़ है, मन दे ख्याल उस पासे ले जाण दी लोड़ है, जिसनूं धन गुरु नानक महाराज कहंदे ने मन एक न चेतस मूड़ मना। हे मेरे मूर्ख मना, तू एक नूं चेते क्यों नहीं करदा? तू दुविधा दे विच है, बड़े पासियां दी पूजा प्रतिष्ठा तू मन विच वसा लईए, एक दा ध्यान नहीं कर रहा। वो एक जिस बाबत बाणी ने कहा, एको जप एको सालाह, एक सिमर एको मनाह, एक सके गुण गाओ अनंत, मन तन जाप एक भगवंत। एको एक एक हरा, पूर्ण पूर रहो प्रभ ब्या, अनक विस्तार एक ते भये। जिन्ना तू विस्तार वेख रहा है ना, ये एक तो होया। अनक विस्तार एक ते भये, एक आराध प्राशत गए। उस छेक नूं आराधन दे नाल ही तेरे अंदरों गुनाहां दी मैल धुपेगी, मंदा आचरण तेरा खत्म होएगा उस छेक दे गुनाह नाल जुड़न करके। अज असी उस अकाल पुरख वाहिगुरू दी एकता जो अनेकता दे विचों वसिया होया है, जिसनूं महाराज ने कहा अनक विस्तार एक ते भये, कि जिन्ना विस्तार है ना वो एक तो होया। वैसे महाराज ने एक बड़ी कीमती उदाहरण दी, कहते देखो दरखत का एक बीज है, तो बीज असी जमीन विच सुटदे हां, एक निक्का जिहा अंकुर फुटदा है, पौधा बनदा है, दरख्त बनदा है, उसनूं बूर पैंदा है, फुੱਲ लगदे ने, फल बनदा है। फल जदों पक जांदा है, ये दरखत की अखीर हुंदी है, ये दरखत की हद हुंदी है। वो फल जदों पकदा है, उस फल नूं जे चीर के कट के वेख्या जाए, ओहो जिहा बीज उहदे विच मौजूद हुंदा है जिहो जे बीज तो उस दरखत की उत्पत्ति हुई, वो पैदा होया। इसनूं गुरु साहब बाणी दे विच आखदे ने, बीज बीज देखियो अनक प्रकारा, फल पाके ते एक अंकारा। कहण लगे उहदी शुरुआत भी उस एक बीज तो है ते उहदा अखीर भी, हद भी, सिरा भी उस एक बीज उत्ते जाके निबड़दा है। इसे तरह एक अकाल पुरख की होंद तो सारे संसार की होंद प्रगट हुंदी है, ते सारे संसार की अनेकता दे विच भी सच्चाई इको ही रहिंदी है। हद भी अखीर होई एक ही है, भाव एक तो ही पैदा होके एक ही सारियां दे विच रमिया होया। जल थल महियल पूरिया स्वामी सिरजनहार, अनेक भांत होए पसरिया नानक एक अंकार।
वो एक ही अनेक रूप विच हो के पसरिया होया, जिसनों भगत साहिबान ने आख्या माटी एक अनेक भांत कर साजी साजन हारै, ना कछ पोच माटी के भांडे, ना कछ पोच कुंभारै। कहते मिट्टी इको ही है, पर उहदी बनतर बहु पाती है, भांडियां दी वखरे वखरे ढंग दे हन, बनतरां वखरियां ने। इसनूं महाराज कहते ने सोदर दे शब्द विच रंगी रंगी भांति कर कर जिनसी माया जिन्हों पाई। रंगां दी, भांतां दी, जिनसां दी ये बनावट पैदा कर दिती है, पर इहदे विच होंद उस एक सत्ता दी ही है, जिसनूं गुरु नानक महाराज कहते ने सब मैं जोत जोत है सोए, तिसदा चानण सब मैं चानण होए। सारियां विच एक ही जोत दा पसारा है। इस वास्ते गुरु पातशाह कहते ने हे मेरे मूर्ख मन तू उस एक नूं चेते क्यों नहीं करदा। ते उस एक नूं चेते ना करन करके, भुला देण करके की होया, हर बिसरत तेरे गुण गलिया। जेड़े कुदरत ने तेरे अंदर गुण पाए सन वो हौली हौली ढके। गले का अर्थ हुंदा है ढके गए, हौली हौली मध्यम पैंदे गए। भगत जी ने एक बड़ी प्यारी गल कही है, असी दीपक जगाउंदे सां, दीवा बालदे सां, ज्यों ज्यों दीवे दे विच तेल घटदा जांदा, बलदा जांदा सी, हौली हौली उहदी लो मध्यम हुंदी जांदी। जदों बिल्कुल बत्ती कली रह जांदी ना, उहदा भी जिहड़ा तेल सी वो जिस वेले लाट बन के हौली हौली ज्यों ज्यों दीवा गुल होण दे उत्ते आ जांदा, तां घर वाले क्या करदे, इहदे थोड़ा तेल पा दो, दीवा बुझण वाला है। क्यों कहते वेखो दी बत्ती मलीन हो गई है, भाव मध्यम हो गई है। बाणी दे विच क्या भगत साहिबान जी ने उदाहरण वरती है, कहने लगे विवेक दीप मलीन। विवेक दा अर्थ हुंदा है सच वाली बुद्धि, सच नूं ग्रहण करन वाली बुद्धि। जिहड़ी साडे अंदर ये चेतना है ना भी सच नूं ग्रहण करे मनुख, गुणां नाल जुड़े मनुख, ये मध्यम पै गई है। ये दीवा हौली 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 मध्यम पैंदा जा रहा है। क्यों? क्योंकि इहदे विच बनदा सरदा तेल नहीं पाया गया, भाव ना चंगी संगत कीती है, ना चंगे पासे उद्यम कीता है, ना गुणा दे मालक रब नूं याद कीता है। इस करके अंदर दे गुण कुछ संगत विच बह के हौली 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 घटदे जांदे ने, उन्हां दे उत्ते मारू असर हुंदा जांदा है। धन गुरु अमरदास महाराज जी के जीवन नाल ये गाथा जुड़ी है कि उन्होंने ये शब्द सुनिया बीबी अमरो जी कोलों, ते शब्द के बोल बड़े प्यारे ने। चित चेतस की नहीं बावरिया, हर बिसरत तेरे गुण गलिया। हे पागल झल्ले मनुख, चित विच चेते क्यों नहीं करदा, हरी नूं विसार के तेरे गुण घटदे जा रहे हैं, मुकदे जा रहे हैं, तेरी पवित्रता खत्म हुंदी जा रही है। भाव गुणा दे सागर अकाल पुरख दा ध्यान कर, ओदे करके ही तेरे जीवन विच अदुੱਤੀ रब दे गुण वसे रहणगे, नहीं ते घट जाणगे। कोई संग विच पै के, माड़ी संगत विच बह के, मंदे ख्याल ते मंदे अमलां दे राहीं हौली हौली तेरे अंदर दी चंगियाई नष्ट हुंदी हुंदी तू कुछ होर दा होर ही बन जाएगा। तो गुण गलण दा अर्थ है ढके जाना, अंदर दे गुण ढके जाने। असीं लालटन जगदी देखदे हां, ਉਹਦਾ शीशा ज्यों ज्यों काला हुंदा जांदा त्यों त्यों बाहर रोशनी घटदी जांदी। ते फिर बंदा की करदा, ਉਹਦਾ हौली जी शीशा ला के ना उपरों, फिर ਉਹਦੇ अंदरले पासे हथ पा के ਉਹਨੂੰ कपड़े नाल साफ करके फिर ਉਹਦੇ उत्ते शीशा चढ़ा दिता जांदा सी, फिर ਉਹਦੀ रोशनी दूर तक चली जाती सी। ज्यों ज्यों कालक दे नाल ਉਹ शीशा काला हुंदा जाएगा त्यों त्यों दी रोशनी घटदी जाएगी, ते शीशा साफ होएगा उसकी रोशनी दूर तक फैल जाएगी। मनुख दे जीवन नाल भी कुछ इस तरह वापरदा है। ज्यों ज्यों साडे मन अंदर विकारां दी कालख जमदी जांदी है, त्यों त्यों चंगियाई दा पसारा, चंगे कर्मां दा सुभाव, चंगा किरदार सुंगड़दा जांदा है। जिन्नी असीं अपने मन तो मंदे विचारां दी मैल लाउंदे जाइए, इस नूं नालों नाल धोण दी कोशिश करिए सत संगत दे राहीं, त्यों त्यों साडे अंदर चंगे गुण होर प्रफुल्लत हुंदे ने। चंगे पासे चंगा आचरण कमाउण नूं मन करदा है, जी करदा है, चंगे पासे बंदा उत्साह नाल तुरदा है, क्योंकि चंगी संगत मिल गई। एक उदाहरण है, असीं अपने घर दे अंदर 2 4 8 10 15 दिन सफाई ना करिए
किन्ना दरिद्र पै जाता है, गंदगी पै जाती है, चारे पासे खलारा ही खलारा, डस्ट ही डस्ट, कचरा ही कचरा। ठीक इसे ढंग नाल तुसीं अंदाजा लाओ कि जिन्ना कुछ असीं अपनी अखां नाल वेखदे हां, चंगा माड़ा हर तरह का, हुण अखां तां बंद कर नहीं लैणियां मनुख ने, संसार है, जिस पासे नज़र मारांगे की पता की नज़र आउंदा है। किन्ना कुछ साडे कन्नां च पैंदा है, किन्ना कुछ असीं पढ़दे हां, किन्ना कुछ असीं महसूस करदे हां वखरे वखरे माहौल विच। ते सारा कुछ जो असीं अपने ज्ञान इंद्रियां नाल इकट्ठा करदे हां, कदे ध्यान दिओ ਇਹਦੇ ਚ किन्ने फीसदी कचरा साडे मन अंदर डिगदा है। वाधू घाटू गल्लां, किन्ने नैगेटिव जिहड़े ख्याल ने जां दृश ने जां विचार ने, वो साडे अंदर जाके डिगदे ने मन दे उत्ते। की मनुख कोशिश करदा है भी थोड़ी बहुत मन की सफाई भी नाल नाल हुंदी रहे ते मनुख ठीक ठाक रह सकदा है, तां ही बीमारी तो बचिया जा सकदा है। उस पासे मनुख दा ध्यान नहीं। जिन्ना कुछ असीं वेखिया, सुनिया, बोलिया, महसूस किया, पढ़िया, आलियों दुआलियों ग्रहण किया, वो सारे का सारा इफैक्ट साडे मन उत्ते पै रहा, प्रभाव मन उत्ते पै रहा। ਉਹਦੇ ਵਿੱਚੋਂ ही मानसिक बीमारियां जन्म लैंदियां ने। जिवें असीं कहने ना गंदगी चों बीमारी जन्म लैंदी है, मन की मलीनता विचों भी बीमारी जन्म लैंदी है। मन का रोगी होना इस गल उत्ते टिकिया होया है कि साडे मन अंदर किन्ने क ऐसे उगड़ दुगड़े मलीन भैड़े गंदे विचार वसे ने, किन्ना कुछ असीं गलत किस्म का महसूस किया है। ये सारा कुछ रल के साडे मन नूं रोगी बनाउंदा है, बीमार करता है। इसे नूं तां सतगुरु पातशाह बाणी च आखदे ने, भरीआ मत पापां कै संग ओ धोपै ना मैं कह रहा। शरीर की सफाई करदा है, तन की सफाई करदा है, उत्थे साबण ते पानी नाल मसला हल हो जाता है। पर जिथों तक सुरत ते मन का विषय है, मत का विषय है, इनू पानी साफ नहीं कर सकता। पानी चित ना धो पई, इनू केवल ते केवल अकाल पुरख दे गुण, गुरु का उपदेश, सुचज्जी संगत ही इस मन की मलीनता नू दूर कर सकती है। इसनू कहन भांडा हच्छा सोए जो तिस भाव सी, भांडा अत मलीन धोता हच्छा ना होए सी, गुरु द्वारे होए सोझी पाए सी, एत द्वारा धोए हच्छा होए सी। इनू इत्थे धोता जाएगा, इत्थे साफ किया जाएगा। इस वास्ते गरीब नवाज पातशाह ने आख्या भी यह है साडे जीवन की जुगत, जीवन जीवन का ढंग भी जिन्ना कुछ असीं इकट्ठा कर लिया आले दुआले तो, वो सारा साडे मन उत्ते असरअंदाज हो गया। ते गुरु की पावन बाणी का विचार जिहड़ा है वो साडे मन दियां इवें परतां खोलदा है, साडे मन की मैल नूं धोंदा है, साडे अंतर आत्मे नूं उजला ते साफ करदा है। भगत रविदास जी दे बाबत एक बड़ी सुंदर कथा आउंदी है साखियां दे विच। वो रोज अपना किता करदे सन ते दुध पाउण वाला गवाला जिहड़ा सी रोज उन्हां नूं दुध पाउण वास्ते आया करदा सी। ते जांदियां जांदियां उन्हें कहना, भगत जी रब वाले बंदे हो, किते साडे ते भी किरपा कर दिओ। जिवें बंदा एक दूसरे नूं व्यंगमई ढंग नाल कहीदा है ना, किते साडे ते भी किरपा कर छड्डो। रोज कहना। भगत जी ने आखना भी इवें बैठदा तू नहीं, सुनदा तू नहीं, अपने आप नूं बदलण लई तू तैयार नहीं, किवें गल बन जाए। जांदा जांदा एक मजाक वांग गल कर जाना, इस तरह गल नहीं बनेगी। पर वो अपनी आदत तो मजबूर सी। कहना, भगत जी किते साडे ते भी खुश होवो, साडे ते भी किरपा हो जाए, साडे मन च भी रब वस जाए। एक दिन भगत जी ने विचार किया कि इसनूं अज समझाया जाना चाहिए। एक मिट्टी का भांडा हुंदा जिहदे च चमड़ा भिओं के रखिया जाता है, तो वह पानी इन्ना क भैड़ा मलीन जिहा हो जाता है भी उस बदबू आउंदी, उस भांडे चों चमड़ा जो भिजा रहिंदा। भगत जी ने एक दिन वो खाली कर रखिया भी हुण उहदे आउण दा टाइम है, समा है। जदों ने आके लियाओ भगत जी दुध पवा लो, वो भांडा अगे कर दिता। वो हैरान हो गया, कहने लग्या जी इहदे च दुध नहीं पै सकदा। कहंदे क्यों? कहंदे वेखो इहदे चों बदबू आउंदी है, किन्ना भैड़ा ते गंदा भांडा है, दुध इहदे विच रह नहीं सकेगा, खराब हो जाएगा। भगत जी ने आख्या पा छड्ड, की फर्क पैंदा? कहने लग्या जी नहीं, तुहानूं अपने चमड़े की किरत बारे पता है, मैनूं अपने दुध की किरत बारे ज्यादा पता है, इस करके मैं जानदा कि दुध इहदे विच नहीं रहेगा। भगत जी मुस्कुराए, कहने लगे तू भी तो रोज जिद करदा है ना
रोज जिद करदा भगत जी मेरे मन च भी किते नाम वस जाए, रब वस जाए, साडे ते भी किरपा कर छड्डो। ते जे तेरे मंदे ख्यालां वाले मन विच सब कुछ वस सकदा, तू जिद करदा कि अज इस गंदे भांडे दे विच दुध पाउण तो तैनूं इतराज क्यों है? की तू अपने मन नूं साफ करन वास्ते कदे यतन कीता? रब नूं ते आवाज़ां मारनियां सौखियां ने, बंदा कह छड्डदा रब जी किरपा कर दिओ, रब जी मैनूं मिल लवो। कहण च की जांदा है? बंदा जबानों ते सच्चा होवे ना कि मैं किहड़ा आख्या नहीं, मैं तां रब नूं बड़ी वार तरले लए ने भी रब्बा मैनूं मिल, वो नहीं मिलदा, मेरा की दोष है? जबानों ते बंदा सच्चा होवे ना। पर भगत रविदास जी कहते कदे अपने अंतर झात मार के वेखीए भी जिस हिरदे की सेज उत्ते अकाल पुरख वाहिगुरू ने दस्तक देनी है, उत्थे जगह भी है कि नहीं है। गुरु नानक महाराज तो इथों तक कहते ने एते रस शरीर के कहे घट नाम निवास। जगह किथे है तेरे अंदर? स्पेस किथे रहन देती है? ईरखा, हंकार, लोभ, मंदे ख्याल, किन्ना कुछ तेरे अंदर बंदा भरिया पिया जिन्हां दा स्वाद तू रोज माणदा है। इन्नी जगह तू छड्डी किथे है? इस वास्ते भगत जी ने उस दे अंदर दी गुंझल नूं खोलना सी, ਉਹਦੇ अंदर दे इस विचार नूं रद्द करना सी भी रब नूं आवाज़ देण दा भाव ये नहीं है भी उची उची रब नूं आवाज़ां मारो, रब कोई गवाची हुई चीज़ नहीं। सवाल यह है अपने आप नूं सवारो, जिसका जिक्र भगत शेख फरीद साहब जी ने भी किया। वो कहते आप सवारें मैं मिलिया, मैं मिलिया सुख होए, फरीदा जे तू मेरा होए रहें, सब जग तेरा होए। आपे आप अपने आप नूं बार बार गुरु ग्रंथ साहब चाके जन नानक बिन आपा चीने मिटै ना भ्रम की काई। भरम का जाला नहीं लैंदा जिन्ना चिर मनुख अपने आप नूं सवारण दा उद्यम ते यतन ना करे, मेहनत ना करे। तो आपे नूं सवारना की है? गुरु दे हर एक विचार नूं अपने आप उत्ते लागू करके वेखना ते उस नूं जीवन की कोशिश करना, उसकी प्रैक्टिस करने की कोशिश करना, अपने मन के सुभाव नूं बदलण वास्ते यतनशील होना। यह है गुरु दे बचना मुताबक धर्म की कमाई करनी। गौर करियो, धर्म की कमाई करनी। जदों सतगुरां दा शब्द मैं पढ़ लिया जां सुन लिया, इहदा मतलब है हुण मेरी जिम्मेवारी बन गई कि मैं इसनूं समझ के अपना के जीण की कोशिश कर लवां। इस वास्ते सतगुरु धन गुरु नानक पातशाह जी कहते ने तेरे अंदरों गुण मध्यम क्यों होए, गुण क्यों घट गए? वैसे एक बेनती करते हैं, गुरु नानक पातशाह सज्जण कोल जांदे ने, लोग आले दुआले दे जिहड़े जानकार सन वो कहंदे सन जी ये तां बड़ा वड्डा ठग है। कईयां ने यह भी आख्या होएगा महाराज तुसीं एडी पवित्र आत्मा उहदे कोल जांदे तुसीं चंगे लगदे हो, वो कोई बंदिया ईमानदार थोड़ी है। वैसे असीं लकीरां खिच लईआं, खिमा करना। असीं कहने हो देखियो फलाना बंदा कोल बैठण वाला नहीं, क्यों जी की करदा है? वो नशा करदा है, वो झूठ बोलदा है, वो बेईमानी करदा है, वो धोखा करदा है, वो फरेब करदा है। बड़ी अच्छी बात है भी सानूं पता लग गया भी वो की है, पर कोल बैठण नाल की हो जाएगा? गुनाह पाप नहीं। असीं आखदे हां जी तुसीं धार्मिक बंदे हो जे बंदे कोल खलोते चंगे लगदे हो। जे साडे वस हुंदा असीं गुरु नानक महाराज नूं सज्जण कोल कदे ना जाण देंदे। महाराज तुसीं धार्मिक हो, बंदा की है तुहाडे सामने, बिल्कुल नहीं जाना, पाबंदी है। जे डॉक्टर मरीज तो मिलन तो परहेज करेगा तो इलाज कदों करेगा? सोच के वेखना। जे झाड़ू फर्श ते नहीं लगेगा सफाई किवें होएगी? ये असीं लकीरां खिच लईआं ने। वैसे बाणी ने एक गल आखी है, जे तैनूं लगदा है ना कि तेरे कोलों संभलिया नहीं जाना फिर परहेज करी, फिर चाहिदा भी है। ते जे तैनूं लगदा है भी मैं जानदा इस बंदे दी असलीयत तो संभल जावांगा, मैनूं घटो घाटे कुछ नहीं कर सकदा, फिर खतरा भी कोई नहीं। तो साडी नज़र जिहड़ी वो हमेशा शक दे उत्ते जाके खलोंदी है, असीं उस दी सच्चाई नूं नहीं जानदे। ये बहुत वड्डा अंतर है। बाणी दे अंदर दो ऐसे वचन आए जो बड़े कीमती जिहड़े साडे समझण गोचरे ने। एक है कबीर धरती साध की तस्कर बैसें गाहे, धरती भार ना व्यापई उनको लाहू लाहे।
ਕਹਿੰਦੇ ਸਤ ਸੰਗਤ ਦੇ ਵਿੱਚ ਆ ਕੇ ਕੋਈ ਚੋਰ ਬਿਰਤੀ ਵਾਲਾ ਬੰਦਾ ਬਹਿ ਜਾਏ, ਸਤ ਸੰਗਤ ਦੇ ਮਨ ਤੇ ਕੋਈ ਬੋਝ ਨਹੀਂ ਕਿ ਹਾਏ ਇਹ ਕਿਉਂ ਆ ਗਿਆ। ਹਾਂ, ਉਹਨੂੰ ਭਾਵੇਂ ਕੋਈ ਲਾਭ ਜ਼ਰੂਰ ਲੈ ਕੇ ਚਲਿਆ ਜਾਏ, ਹੋ ਸਕਦਾ ਉਹਦੇ ਮਨ 'ਚ ਭਾਵੇਂ ਕੋਈ ਗੱਲ ਚੰਗੀ ਬਹਿ ਜਾਏ, ਪਰ ਸਤ ਸੰਗੀਆਂ ਦੇ ਮਨ ਉੱਤੇ ਕੋਈ ਬੋਝ ਨਹੀਂ। ਉਹਨੂੰ ਵੀ ਜੀ ਆਇਆ ਆਖਣਗੇ, ਠੀਕ ਹੈ ਭਾਈ, ਜੇ ਤੇਰੇ ਕੋਲ ਵਕਤ ਹੈ ਤੇ ਆ ਜਾਓ। ਇੱਕ ਜਗ੍ਹਾ ਤੇ ਕਹਿ, ਹੰਸ ਉਡਰ ਕੋਧ ਰਹਿ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧ ਰੱਖਾਏ। ਕਹਿੰਦੇ ਹੰਸ ਨਾ ਉੱਡਦਾ ਉੱਡਦਾ ਕੋਧਰੇ ਦੀ ਫਸਲ ਦੇ ਵਿੱਚ ਆ ਕੇ ਬੈਠ ਗਿਆ। ਲੋਕਾਂ ਨੇ ਡਾਂਗਾਂ ਚੁੱਕ ਲਈਆਂ, ਇੱਟੇ ਚੁੱਕ ਲਏ ਵੀ ਹੰਸ ਆ ਗਏ ਨੇ, ਫਸਲ ਖਾ ਜਾਣਗੇ। ਕਿਸੇ ਨੇ ਸਮਝਾਇਆ, ਉਹ ਬਹੁਤੇ ਵਿਚਲਿਤ ਨਾ ਹੋਵੋ, ਪਰੇਸ਼ਾਨ ਨਾ ਹੋਵੋ, ਇਹ ਉੱਡਦਾ ਉੱਡਦਾ ਸਾਹ ਲੈਣ ਵਾਸਤੇ ਆ ਬੈਠਾ, ਇਹ ਕੋਧਰਾ ਖਾਂਦਾ ਨਹੀਂ, ਕਿਉਂਕਿ ਇਹਦੀ ਖੁਰਾਕ ਨਹੀਂ ਹੈ, ਇਹਦੀ ਖੁਰਾਕ ਨਹੀਂ, ਤੁਸੀਂ ਐਵੇਂ ਪਰੇਸ਼ਾਨ ਨਾ ਹੋਵੋ, ਇਹਨੇ ਖਾਣਾ ਨਹੀਂ। ਹੰਸ ਦੀ ਇਹ ਬਿਰਤੀ ਹੈ ਵੀ ਉਹ ਹੋਰ ਕੋਈ ਚੀਜ਼ ਨਹੀਂ ਖਾਂਦਾ ਸੁੱਚੇ ਮੋਤੀਆਂ ਤੋਂ ਬਿਨਾਂ, ਐਸਾ ਪ੍ਰਤੀਕ ਵਰਤਿਆ ਗਿਆ। ਤੂੰ ਬੜੇ ਹੋਣਗੇ ਜਿਨ੍ਹਾਂ ਦਾ ਇਤਰਾਜ਼ ਹੋਏਗਾ, ਗੁਰੂ ਨਾਨਕ ਮਹਾਰਾਜ ਠੱਗਾਂ ਕੋਲ ਜਾਂਦੇ ਨੇ, ਚੋਰਾਂ ਕੋਲ ਜਾਂਦੇ ਨੇ। ਭਾਈ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ ਹੈ ਵੀ ਕੁਝ ਐਸੇ ਲੋਕ ਸਨ ਜਿਹੜੇ ਸਚਾਈ ਨਹੀਂ ਸਨ ਜਾਣਦੇ। ਉਹਨਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਵੀ ਇਹ ਸ਼ੰਕਾ ਕੀਤੀ ਸੀ ਕਿ ਦੋਖੀ ਦੁਸ਼ਟ ਆਗੂ ਮੂੰਹ ਲਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਕ ਪਾਸ ਨਾ ਰੱਖੀ ਹਨ, ਦੋਖੀ ਦੁਸ਼ਟ ਆਗੂ ਮੂੰਹ ਲਾਇਆ। ਕਈ ਦੋਖੀ ਤੇ ਦੁਸ਼ਟ ਬੰਦੇ ਆਪਣੇ ਕੋਲ ਰੱਖ ਲਏ ਨੇ ਗੁਰੂ ਹਰਗੋਬਿੰਦ ਸਾਹਿਬ ਨੇ, ਚੰਗਾ ਲੱਗਦਾ, ਗੁਰੂ ਨੂੰ ਸ਼ੋਭਾ ਦਿੰਦਾ, ਪਰ ਉਹ ਕੀ ਜਾਣਨ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੋਖੀਆਂ ਤੇ ਦੁਸ਼ਟਾਂ ਦੀ ਆਤਮਾ ਮਾਨਸਿਕ ਅਵਸਥਾ ਨੂੰ ਬਦਲ ਦੇਣ ਵਾਸਤੇ ਉਹਨਾਂ ਨੂੰ ਆਪਣੀ ਸੰਗਤ ਦਾ ਆਸਰਾ ਦੇ ਰਹੇ ਹਨ। ਗੁਰੂ ਨੂੰ ਕੋਈ ਫਰਕ ਨਹੀਂ ਪਏਗਾ। ਤੋ ਗੁਰੂ ਨਾਨਕ ਮਹਾਰਾਜ ਨੇ ਸੱਜਣ ਨੂੰ ਕੋਈ ਬਾਹਰੋਂ ਕੁਝ ਨਹੀਂ, ਬਸ ਗਿਆਨ ਵੰਡਿਆ, ਜਗਾਇਆ ਹੈ ਅੰਦਰੋਂ, ਉਹਦੇ ਅੰਦਰ ਦੇ ਗੁਣ ਉਭਾਰ ਦਿੱਤੇ ਨੇ। ਬੰਦਾ ਉਹੋ ਹੀ ਸੀ ਜਿਹੜਾ ਪਹਿਲਾਂ ਠੱਗੀਆਂ ਮਾਰ ਰਿਹਾ, ਅੱਜ ਉਸ ਦੇ ਕੋਲੋਂ ਠੱਗੀ ਛੁੱਟ ਗਈ। ਤਬਦੀਲ ਕੀ ਹੋਇਆ? ਚੇਂਜਿੰਗ ਕਿੱਥੇ ਆਈ? ਬਦਲਾਵ ਕਿੱਥੇ ਹੋਇਆ? ਬੰਦਾ ਉਹੋ ਹੀ, ਉਹੋ ਹੀ ਹੱਥ ਨੇ, ਉਹੋ ਹੀ ਮੂੰਹ ਹੈ, ਉਹੋ ਹੀ ਚਿਹਰਾ ਹੈ, ਉਹੋ ਹੀ ਸਾਰਾ ਕੁਝ ਹੈ। ਤਬਦੀਲੀ ਆਈ ਹੈ ਮਨੁੱਖ ਦੀ ਮਾਨਸਿਕ ਅਵਸਥਾ ਦੇ ਵਿੱਚ। ਅੰਦਰ ਦੇ ਗੁਣ ਜਾਗ ਪਏ ਹਨ, ਅੰਦਰ ਦੀ ਸੁਰਤ ਉੱਠ ਪਈ ਹੈ, ਮਾਇਆ ਵਿਹੜਿਆ ਹੋਇਆ ਮਨ ਭਰਮਾਂ ਤੋਂ ਬਾਹਰ ਆ ਗਿਆ ਹੈ। ਉਹੋ ਹੀ ਮਨੁੱਖ ਜਿਹੜਾ ਠੱਗੀ ਮਾਰ ਰਿਹਾ ਸੀ, ਸੁਚੱਜਾ ਇਨਸਾਨ ਬਣ ਗਿਆ, ਗੁਰੂ ਦਾ ਸਿੱਖ ਬਣ ਗਿਆ। ਇਹ ਹੈ ਗੁਰਬਾਣੀ ਦਾ ਅਸਰ, ਜੋ ਸਤਿਗੁਰੂ ਦੀ ਬਾਣੀ ਸਾਨੂੰ ਅੰਦਰੂਨੀ ਤੌਰ ਉੱਤੇ ਜਗਾ ਕੇ ਇਸ ਪਾਸੇ ਵੱਲ ਤੋਰਦੀ ਹੈ। ਤੋ ਪਾਤਸ਼ਾਹ ਜੀ ਕਹਿੰਦੇ ਨੇ, ਤਿਤ ਸਰਵਰੜੈ ਤਿਸ ਸੰਸਾਰ ਸਰੋਵਰ ਵਿੱਚ, ਭਿਅੰਕਰ ਸਰੋਵਰ ਵਿੱਚ ਸਾਡਾ ਵਾਸ ਹੈ। ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੇ ਕੀ। ਹੁਣ ਸਰੋਵਰ 'ਚ ਤੇ ਪਾਣੀ ਹੁੰਦਾ ਹੈ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਇੱਥੇ ਅੱਗ ਹੈ। ਕਿਹੜੀ ਅੱਗ? ਤ੍ਰਿਸ਼ਨਾ ਦੀ ਅੱਗ। ਪੰਕ ਜੋ ਮੋਹ, ਅਸੀਂ ਇਹ ਸ਼ਬਦ ਨੂੰ ਕਈ ਵਾਰ ਇਕੱਠਾ ਪੜ੍ਹਦੇ ਹਾਂ, ਪੰਕਜ ਨਹੀਂ, ਜਿੱਜੇ ਨੂੰ ਔਂਕੜ ਲੱਗਿਆ। ਪੰਕ ਜੋ ਮੋਹ, ਜਿਹੜਾ ਮੋਹ ਦਾ ਚਿੱਕੜ ਹੈ, ਪੰਕ ਕਹਿੰਦੇ ਨੇ ਚਿੱਕੜ ਨੂੰ, ਜਿਹੜਾ ਮੋਹ ਦਾ ਚਿੱਕੜ ਹੈ ਇਸ ਸਰੋਵਰ ਦੇ ਵਿੱਚ। ਹਮ ਦੇਖਾ, ਅਸੀਂ ਵੇਖਿਆ, ਤਾਂ ਡੂਬੀ ਅਲੇ, ਕਿੰਨੇ ਲੋਕ ਉਸ ਵਿੱਚ ਖੁੱਭ ਕੇ ਡੁੱਬ ਰਹੇ ਹਨ, ਗਲਤਾਨ ਹੋ ਰਹੇ ਹਨ, ਉਸ ਵਿੱਚ ਮੁਬਤਲਾ ਹਨ। ਸਤਿਗੁਰੂ ਕਹਿੰਦੇ ਨੇ ਲੋਕ ਤ੍ਰਿਸ਼ਨਾ ਦੀ ਅੱਗ 'ਚ ਸੜ ਰਹੇ ਨੇ ਤੇ ਮੋਹ ਦੇ ਚਿੱਕੜ ਵਿੱਚ ਫਸੇ ਹੋਏ, ਗਲਤਾਨ ਹੋਏ ਪਏ। ਇਸ ਵਾਸਤੇ ਅਖੀਰਲੇ ਬਚਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਨਾ ਹਉ ਜਤੀ ਸਤੀ ਨਹੀਂ ਪੜਿਆ। ਪਹਿਲੇ ਬੰਦ ਵਿੱਚ ਇਹ ਦੱਸਿਆ ਵੀ ਇਹ ਹਾਲਾਤ ਹੈ ਮਨੁੱਖੀ ਜੀਵਨ ਦੀ ਤੇ ਸੰਸਾਰ ਦੀ ਅਵਸਥਾ ਦੀ। ਰਹਾਉ ਦੇ ਬੰਦ ਵਿੱਚ ਇਸ ਗੱਲ ਨੂੰ ਚੇਤੇ ਕਰਾਇਆ ਵੀ ਮੂਰਖ ਮਨਾ, ਉਹਨੂੰ ਚੇਤੇ ਕਰ, ਉਹਨੂੰ ਵਿਸਾਰ ਕੇ ਹੀ ਤੇਰੇ ਗੁਣ ਘਟੇ ਨੇ। ਤੇ ਅਖੀਰਲੇ ਬੰਦ ਵਿੱਚ ਆਖਿਆ ਵੀ ਉਹਨੂੰ ਚੇਤੇ ਤਦ ਕੀਤਾ ਜਾ ਸਕਦਾ ਹੈ ਜੇ ਮਨੁੱਖ ਆਪਣੀ ਹਉਮੈ ਤੋਂ ਛੁਟਕਾਰਾ ਪਾ ਲਵੇ ਤੇ ਇਹ ਅਰਦਾਸ ਕਰੇ ਵੀ ਵਾਹਿਗੁਰੂ ਮੇਰੇ 'ਚ ਕੋਈ ਜਾਤ ਨਹੀਂ, ਭਾਵ ਮੇਰਾ ਕੋਈ ਬਹੁਤਾ ਉੱਚਾ ਕਿਰਦਾਰ ਨਹੀਂ, ਮੈਂ ਆਪਣੇ ਗਿਆਨ, ਆਪਣੇ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕ ਨਹੀਂ ਸਕਿਆ। ਜਦ ਸਤ ਦਾ ਅਰਥ ਹੁੰਦਾ ਹੈ ਉੱਚਾ ਆਚਰਣ, ਸਖੀ ਸੁਭਾਅ ਮੈਂ ਅਪਣਾ ਨਹੀਂ ਸਕਿਆ। ਨਹੀਂ ਪੜਿਆ, ਪੜਿਆ ਦਾ ਅਰਥ ਹੈ ਮੈਂ ਕੋਈ ਬਹੁਤਾ ਦਾਨਾ ਵੀ ਨਹੀਂ, ਸਿਆਣਾ ਵੀ ਨਹੀਂ, ਸੋਝੀ ਵਾਲਾ ਵੀ ਨਹੀਂ, ਮੈਂ ਕੁਝ ਦ੍ਰਿੜ ਵੀ ਨਹੀਂ ਕੀਤਾ ਚੰਗਾ ਆਪਣੇ ਜੀਵਨ ਦੇ ਅੰਦਰ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਮੂਰਖਾਂ ਵਾਲਾ, ਅਗਿਆਨੀਆਂ ਵਾਲਾ ਮੇਰਾ ਜੀਵਨ ਹੈ।
पर एक अरदास करदा हां, प्रणवत नानक तिन की शरणा जिन तू नाही विसरिया। मैनू उन्हां दी शरण संगत बख्शिश कर जिन्हां दे हिरदे विच तू सदा याद है। असी अरदास विच यही मंगदे हां, सही प्यारी मेड़ जिन्हां मिलिया तेरा नाम चेते आवे। गरीब नवाज पातशाह किरपा करन। होईयां भुल्लां चुकां दी सतगुरु जी खिमा बख्शण। सारी संगत दा बहुत बहुत धन्नवाद। बड़े अदब सहित गुरु फतेह प्रवान करो। वाहिगुरु जी का खालसा, वाहिगुरु जी की फतेह।